ज्यों बुलावो त्यों नानक दास बोले आगम अगोचर। सच साहिब मेरा नानक बोले बुलाया तेरा। नानक बोले बुलाया तेरा। सतनाम श्री वाहिगुरु साहिब जीओ। मद भार छंद त्वै पुरसाद। गुण गण उदार महिमा अपार। आसन अभंग उपमा अनंग। अनुभव प्रकाश निस दिन अनास। अजान बाहो शाहान शाहो। राजान राज भानान भान। देवान देव उपमा मान। राजान राज भानान भान। देवान देव उपमा मान। वाहिगुरु जी का खालसा वाहिगुरु जी की फतेह। परम सत्कार ते सन्मानयोग चवर छत्र तखत दे मालिक जुगो जुग अटल सर्व सांझी वालता दे पैगंबर दीन दुनिया दे राखे मनुखता दे सांझे रह गुरु गुरता गद्दी ते सुभाईमान। निमाणियां दे मान निताणियां दे ताण निउटियां दी ओट। राजान राज भानान भान। देवान देव उपमा महान। साहिबे कमाल साहिबे जमाल साहिबे बरकत रोशने चिराग। धन 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 साहिब श्री गुरु ग्रंथ साहिब जी महाराज। सतगुरां दी अपार कृपा बख्शिश रहमत होई। सतगुरां ने तरस कीता। अकाल पुरख परमेश्वर वालों बख्शे हुए मनुखा जीवन को सफल करने लई सुभागा समा सानू प्राप्त होया। गुरु साहब की बख्शिश नाल आप सरबत माई पाई गुरुद्वारा सिंह शहीदां सुहाना इस पाक पवित्र मुकदस अस्थान ते अमृत वेले दे दीवाना च हाजरियां भर के अपने मनुखा जीवन को सफल कर रहे हो वडभागे हो। पैर आप जी दे सफल होए पाप सुहावे जा तौ तिरजुल दे। जदों पैरां नाल चल के गुरु संगत विच आए पाप सुहावे जा तौ तिरजुल दे। सीस सुहावा चरनी सिर साडा उदों पवित्र हो गया जदों गुरु चरना विच आके चुकिया। मुख सुहावा जा तौ जस गावे मुख साडा उदों सफल उदों सुहावना और सोहना हो गया जदों इस मुख नाल सतनाम वाहिगुरु रसना तो निकले। जदों तुसीं तुरदे तुरदे सतनाम वाहिगुरु का जाप परिक्रमा करदे सतनाम वाहिगुरु का जाप धन श्री गुरु ग्रंथ साहब धन गुरु नानक धन धन बाबा हनुमान सिंह कह रहे हो इहदे नाल साडा मुख पवित्र होवे। नाम कहत गोबिंद का सूची पई रसना।
ਰਸਨਾ ਨੂੰ ਹੋਰ ਕੋਈ ਵੀ ਚੀਜ਼, ਕਿਸੇ ਵੀ ਤੁਸੀਂ ਕੈਮੀਕਲ, ਪਾਣੀ, ਸਾਬਣ ਨਾਲ ਧੋ ਲਓ, ਇਹ ਸੁੱਚੀ ਨਹੀਂ ਹੁੰਦੀ। ਪਰਮੇਸ਼ਰ ਦਾ ਨਾਮ ਜਪ ਕੇ ਇਹ ਰਸਨਾ ਵੀ ਸੁੱਚੀ ਹੋ ਜਾਂਦੀ। ਅੱਖਾਂ ਨਾਲ ਤੁਸੀਂ ਗੁਰੂ ਦੇ ਦਰਸ਼ਨ ਕੀਤੇ, ਸੰਗਤਾਂ ਦੇ ਦਰਸ਼ਨ ਕੀਤੇ, ਅੱਖਾਂ ਵੀ ਸਫਲ ਹੋਈਆਂ। ਕੰਨਾਂ ਨਾਲ ਬੈਠ ਕੇ ਆਪ ਜੀ ਨੇ ਰੱਬੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਕੰਨ ਵੀ ਸਫਲ ਹੋਏ। ਹੱਥਾਂ ਨਾਲ ਤੁਸੀਂ ਜੇ ਇੱਕ ਦਰਖਤ ਨਾਲੋਂ ਟੁੱਟ ਕੇ ਡਿੱਗਿਆ ਹੋਇਆ ਪੱਤਾ ਵੀ ਪਾਸੇ ਕਰ ਦਿੱਤਾ, ਹੱਥ ਵੀ ਸਫਲ ਹੋ ਗਏ। ਇੱਕ ਚਮਚਾ ਵੀ ਤੁਸੀਂ ਸਾਫ਼ ਕਰ ਗਏ, ਹੱਥ ਸਫਲ ਹੋ ਗਏ। ਸੰਗਤਾਂ ਦੇ ਜੇ ਜੋੜੇ ਝਾੜ ਦਿੱਤੇ, ਹੱਥ ਸਫਲ ਹੋ ਗਏ। ਤੋ ਇੱਕੋ ਵਾਰੀ 'ਚ ਸਾਡਾ ਸਾਰਾ ਸਰੀਰ ਸਫਲ ਹੋ ਰਿਹਾ। ਇਹ ਸਤਿਗੁਰਾਂ ਦਾ ਸਾਡੇ ਤੇ ਤਰਸ ਹੈ, ਬਖਸ਼ੀਸ਼ ਹੈ ਗੁਰੂ ਸਾਹਿਬ ਦੀ, ਜਿਹਨੂੰ ਆਪਾਂ ਸਾਰੇ ਮਾਣ ਰਹੇ ਹਾਂ। ਸਤਿਗੁਰੂ ਕਿਰਪਾ ਕਰਨ। ਆਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਪਾਕ ਪਵਿੱਤਰ ਬਚਨ ਉਚਾਰੇ ਨੇ, ਸਮੇਂ 'ਚ ਰਹਿ ਕੇ ਅਕਾਲ ਪੁਰਖ ਦੀਆਂ ਵਡਿਆਈਆਂ ਨਾਲ ਜੁੜੀਏ, ਪਰਮੇਸ਼ਰ ਦੀਆਂ ਵਡਿਆਈਆਂ ਨਾਲ ਜੁੜੀਏ। ਕਿਉਂਕਿ ਜਿਹੜੀ ਜਾਪ ਸਾਹਿਬ ਦੀ ਬਾਣੀ ਹੈ, ਜਿਹੜੇ ਇਕੱਲੇ ਬੁੱਧੀ ਤਲ ਤੇ ਜਿਉਣ ਵਾਲੇ ਆ, ਉਹ ਕਈ ਵਾਰ ਅੱਕ ਜਾਂਦੇ ਆ। ਉਹ ਜਾਪ ਸਾਹਿਬ ਦਾ ਪਾਠ ਕਰਨ ਲੱਗਿਆਂ ਵੀ ਮਨ ਅੱਕੇਗਾ, ਸੁਣਨ ਲੱਗਿਆਂ ਵੀ ਮਨ ਅੱਕੇਗਾ, ਕਥਾ ਸੁਣਨ ਲੱਗਿਆਂ ਵੀ ਕਈ ਵਾਰ ਮਨ ਭੱਜ ਜਾਂਦਾ। ਕਿਉਂਕਿ ਉਹ ਕਹਿ ਰਿਹਾ ਕਿ ਹਰ ਰੋਜ਼ ਕਈ ਵਾਰ ਉਹੀ ਸ਼ਬਦ ਆ ਜਾਂਦੇ ਆ। ਜਾਪ ਹੈ ਨਾ, ਜਾਪ 'ਚ ਪੁਨਰੁਕਤੀ ਹੈ, ਵਾਰ-ਵਾਰ ਸ਼ਬਦ ਆਉਂਦੇ ਆ। ਉਹ ਕਹਿੰਦੇ ਛੱਡੋ ਅੱਜ ਕੀ ਸੁਣਨਾ, ਇਹਦੀ ਵਿਆਖਿਆ ਤਾਂ ਕੱਲ ਵੀ ਹੋਈ ਸੀ, ਪਰਸੋਂ ਵੀ ਹੋਈ ਸੀ। ਜਾਪ ਸਾਹਿਬ ਦੀ ਬਾਣੀ ਨੂੰ ਉਹੀ ਪੜ੍ਹੇਗਾ, ਉਹੀ ਸੁਣੇਗਾ। ਜਿਵੇਂ ਇੱਕ ਅਮਲੀ ਇੱਕ ਨਸ਼ੇੜੀ ਨੂੰ ਨਸ਼ਾ ਹੁੰਦਾ, ਨਸ਼ੇ 'ਚ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਹੁੰਦਾ। ਜਿਨ੍ਹਾਂ ਨੂੰ ਨਾਮ ਦਾ, ਬਾਣੀ ਦਾ ਸਰੂਰ ਹੋਵੇ, ਨਸ਼ਾ ਹੋਵੇ, ਜਿਨ੍ਹਾਂ ਨੂੰ ਨਾਮ ਖੁਮਾਰੀ ਚੜੀ ਹੋਵੇ, ਉਹ ਫਿਰ ਇੱਕ ਇੱਕ ਸ਼ਬਦ ਵਾਰ-ਵਾਰ ਪੜ੍ਹਦੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਇਹ ਬਾਣੀ ਉਚਾਰੀ, ਕੈਸਾ ਸਰੂਰ ਹੋਏਗਾ। ਕਈ ਸ਼ਬਦ ਵਾਰ-ਵਾਰ ਆਏ, ਬਲਕਿ 6 ਘੰਟੇ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਦਾ ਰੱਟ ਪੌਂਡਾ ਸਾਹਿਬ ਦੀ ਧਰਤੀ ਤੇ ਲਾਇਆ। ਕੈਸਾ ਸਰੂਰ ਹੈ। ਅਸੀਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਵਾਰ-ਵਾਰ ਕੀ ਫਾਇਦਾ, ਵਾਰ-ਵਾਰ ਜਪਜੀ ਸਾਹਿਬ ਪੜ੍ਹਨ ਦਾ ਕੀ ਫਾਇਦਾ। ਤੇ ਜਾਪ ਸਾਹਿਬ ਵਿੱਚ ਵਾਰ-ਵਾਰ ਸ਼ਬਦ ਆ ਰਹੇ ਆ, ਵੀ ਰੋਜ਼-ਰੋਜ਼ ਉਹਨਾਂ ਸ਼ਬਦਾਂ ਦੀ ਵਿਆਖਿਆ ਸੁਣਨ ਦਾ ਕੀ ਫਾਇਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਹੜੇ ਇਹ ਬੁੱਧੀ ਤਲ ਤੇ ਜਿਉਣ ਵਾਲੇ ਲੋਕ ਹੈ, ਬੁੱਧੀ ਮੰਡਲ ਵਿੱਚ ਆਉਣ ਵਾਲੇ ਸ਼ਬਦ ਹੀ ਨਹੀਂ। ਕਿਉਂਕਿ ਬੁੱਧੀ ਦਾ ਪੈਮਾਨਾ ਛੋਟਾ ਹੈ, ਭਾਂਡਾ ਛੋਟਾ ਹੈ। ਇੱਕ ਛੋਟਾ ਜਿਹਾ ਦਿਮਾਗ ਦੇ ਵਿੱਚ ਹਿੱਸਾ ਹੈ, ਜਿਹੜਾ ਮਾਸ ਦਾ ਤਾਂ ਨਹੀਂ, ਲੇਕਿਨ ਉਹ ਤਰਕਵਾਦੀ ਕਈ ਵਾਰ ਬਹੁਤ ਹੋ ਜਾਂਦਾ, ਨੁਕਤਾਚੀਨੀ ਬਹੁਤ ਕਰਦਾ, ਕਿੰਤੂ ਪਰੰਤੂ ਬਹੁਤ ਕਰਦਾ ਉਹ ਹਿੱਸਾ। ਤਾਂ ਜਿਨ੍ਹਾਂ ਦਾ ਉਹ ਹਿੱਸਾ ਬਹੁਤਾ ਨੈਗੇਟਿਵ ਦੇ ਵਿੱਚ ਐਕਟਿਵ ਹੋਇਆ ਹੋਵੇ, ਉਹ ਫਿਰ ਪਰਮਾਤਮਾ ਦੇ ਨਾਮ ਜਪਣ ਤੇ ਵੀ ਕਿੰਤੂ ਕਰਦਾ। ਇਸ ਲਈ ਇਸ ਪਾਵਨ ਬਾਣੀ ਨੂੰ ਸ਼ਰਧਾ ਭਾਵਨਾ ਭਰੋਸੇ ਨਾਲ ਪੜ੍ਹਨਾ ਪਏਗਾ। ਔਰ ਇਹ ਬਾਣੀ ਸਾਡੇ ਅੰਦਰ ਉਹ ਭਾਵ ਪੈਦਾ ਕਰਦੀ ਹੈ, ਜਿਸ ਭਾਵ ਦੇ ਵਿੱਚ ਅਸੀਂ ਪਰਮੇਸ਼ਰ ਤੱਕ ਪਹੁੰਚ ਸਕਦੇ, ਜਿਸ ਭਾਵ ਦੇ ਨਾਲ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਉਹ ਭਾਵ ਸਾਡੇ ਅੰਦਰ ਇਸ ਬਾਣੀ ਰਾਹੀਂ ਪੈਦਾ ਹੋਣ, ਤਾਂ ਹੀ ਸਾਡੇ ਨਿਤਨੇਮ ਦਾ ਹਿੱਸਾ ਬਣੀ ਇਹ ਬਾਣੀ। ਅੰਮ੍ਰਿਤ ਸੰਚਾਰ ਵੇਲੇ ਇਹ ਉਹਨਾਂ ਬਾਣੀਆਂ ਵਿੱਚ ਪੜ੍ਹੀ ਜਾਣ ਵਾਲੀ ਦੂਜੇ ਨੰਬਰ ਦੀ ਬਾਣੀ। ਬੜਾ ਇਹਦੇ ਤੇ ਪਾਤਸ਼ਾਹ ਨੇ ਚਿੰਤਨ ਮੰਥਨ ਕਰਕੇ ਇਹ ਬਾਣੀ ਸਾਡੇ ਨਿਤਨੇਮ ਵਿੱਚ ਅੰਕਿਤ ਕੀਤੀ ਹੋਏਗੀ। ਚਲੋ ਅੱਜ ਬੜੇ ਤਰਕਵਾਦੀ ਲੋਕ ਆ ਜਿਹੜੇ ਕਹਿੰਦੇ ਆ ਵੀ ਜਾਪ ਸਾਹਿਬ ਨਾ ਪੜੋ, ਪਰ ਅਸੀਂ ਜਦੋਂ ਪੁਰਾਤਨ ਸਰੋਤ ਪੜ੍ਹਦੇ ਹਾਂ, ਤੁਸੀਂ ਪੁਰਾਤਨ ਵਿਦਵਾਨਾਂ ਦੀਆਂ ਲਿਖਤਾਂ ਪੜ੍ਹੋ। 1699 ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, ਬਹੁਤ ਪੁਰਾਤਨ ਵਿਦਵਾਨਾਂ ਨੇ ਇਹ ਜ਼ਿਕਰ ਕੀਤਾ ਹੈ। ਅਜੋਕੇ ਸਮੇਂ ਦੇ ਵੀ ਕੁਝ ਵਿਦਵਾਨ ਕਹਿੰਦੇ ਆ ਕਿ 5 ਬਾਣੀਆਂ ਦਾ ਪਾਠ ਕੀਤਾ ਗਿਆ।
ਜਿਹਦੇ ਵਿੱਚ ਜਾਪ ਸਾਹਿਬ ਵੀ ਆਉਂਦਾ ਹੈ, ਸਵਈਏ ਆਉਂਦੇ ਆ, ਚੌਪਈ ਸਾਹਿਬ ਵੀ ਹੈ, ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਚਲੋ ਹੈ ਹੀ। ਪਰ ਅੱਜ ਦੇ ਕੁਝ ਕੱਲੇ ਬੁੱਧੀ ਮੰਡਲ ਚ ਜਿਉਣ ਵਾਲੇ ਇਦਾਂ ਦੇ ਜਿਹੜੇ ਆ ਉਹ ਸਵਾਲ ਕਰਨ ਲੱਗ ਪੈਂਦੇ ਆ। ਖੈਰ, ਮੈਂ ਆਪਣੀ ਗੱਲ ਤੇ ਆਵਾਂ। ਜਾਪ ਸਾਹਿਬ ਦੀ ਇਹ ਪਾਵਨ ਬਾਣੀ ਬੜੇ ਵਜਦ ਵਿੱਚ, ਬੜੇ ਰਸ ਵਿੱਚ, ਬੜੇ ਸਰੂਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਉਚਾਰੀ ਆ। ਮੈਂ ਅੱਗੇ ਵੀ ਕਈ ਵਾਰ ਕਿਹਾ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਾਹਮਣੇ ਸਮਝ ਕੇ ਫਿਰ ਇਹ ਬਾਣੀ ਆਈ। ਪਰਮਾਤਮਾ ਦੇ ਦੇਸ਼ ਦੀਆਂ ਗੱਲਾਂ ਸਾਨੂੰ ਦਸੀਆਂ, ਪਰਮਾਤਮਾ ਦਾ ਸੁਭਾਅ ਸਾਨੂੰ ਦੱਸ ਰਿਹਾ, ਉਹਦੇ ਗੁਣ, ਉਹਦੀਆਂ ਵਡਿਆਈਆਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਸ ਰਿਹਾ। ਆਓ ਨਾਲ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਚਾਰੇ ਹੋਏ ਬਚਨ। ਕੱਲ 86 ਨੰਬਰ ਜਿਹੜਾ ਛੰਦ ਸੀ, ਸਮੇਂ ਦੀ ਸੀਮਾ ਕਰਕੇ ਵਿਸਥਾਰ ਨਹੀਂ ਸੀ ਕਰ ਸਕਿਆ। ਚਲੋ ਇੱਕ ਦੋ ਪੰਕਤੀਆਂ ਦਾ ਥੋੜਾ ਅਸੀਂ ਵਿਸਥਾਰ ਚ ਸਮਝ ਕੇ ਫਿਰ ਅਗਲੇ ਛੰਦ ਦੀ ਸ਼ੁਰੂਆਤ ਹੋਏਗੀ। 86 ਨੰਬਰ ਛੰਦ ਦੀਆਂ ਮਗਰਲੀਆਂ ਦੋ ਪੰਕਤੀਆਂ ਨੇ। ਪਰਮ ਵੇਦ ਪੁਰਾਨ ਜਾ ਕਹਿ, ਨੇਤ ਭਾਖਤ ਨਿਤ। ਨਿਤ ਦਾ ਮਤਲਬ ਰੋਜ਼। ਜਿਹੜੇ ਕਹਿੰਦੇ ਆ ਰੋਜ਼ ਰੋਜ਼ ਉਹੀ ਗੱਲਾਂ ਕਥਾ ਵਿੱਚ, ਕਿਉਂ? ਮਹਾਰਾਜ ਕਹਿੰਦੇ ਕਥਾ ਨਹੀਂ, ਜਿਹੜੇ ਵੇਦ ਨੇ ਉਹ ਵੀ ਹਰ ਰੋਜ਼ ਪਰਮਾਤਮਾ ਦੀ ਉਸਤਤ ਕਰ ਰਹੇ ਆ। ਨੇਤ ਭਾਖਤ ਨਿਤ। ਔਰ ਕੀ ਬਿਆਨ ਕਰ ਰਹੇ ਆ? ਪਰਮ ਵੇਦ ਪੁਰਾਨ ਜਾ ਕੇ ਕੀ ਕਹਿ ਕੀ ਰਹੇ ਆ ਕਿ ਨੇਤ, ਨੇਤ ਦਾ ਮਤਲਬ ਨਹੀਂ ਨਹੀਂ ਨਹੀਂ, ਕਿ ਪਰਮਾਤਮਾ ਇੰਨਾ ਵੱਡਾ ਹੈ, ਜਿੰਨਾ ਵੱਡਾ ਅਸੀਂ ਦੱਸਿਆ ਇਸ ਤੋਂ ਵੀ ਵੱਡਾ ਹੈ, ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਇਹ ਉਹ ਵੇਦ ਕਹਿ ਰਹੇ ਆ ਹਰ ਰੋਜ਼। ਵੇਦ ਸ਼ਬਦ ਜਿਹੜਾ ਇਹ ਵੈਦ ਤੋਂ ਬਣਿਆ। ਵੈਦ ਜਿਹੜਾ ਸ਼ਬਦ ਹੈ ਇਹ ਹਿਕਮਤ ਤੋਂ ਬਣਿਆ। ਹਿਕਮਤ ਹਕੀਮ ਤੋਂ। ਹਕੀਮ ਮਤਲਬ ਜਿਹਦੇ ਕੋਲੇ ਗਿਆਨ ਹੈ। ਗਿਆਨ ਮਤਲਬ ਜਿਹਦੇ ਅੰਦਰ ਪਰਮਾਤਮਾ ਨੇ ਦੀਵਾ ਜਗਾਇਆ, ਜਿਹਦੇ ਅੰਦਰ ਪ੍ਰਕਾਸ਼, ਚਾਨਣ, ਰੋਸ਼ਨੀ ਕੀਤੀ, ਜਿਹਨੂੰ ਮਹਾਰਾਜ ਕਹਿੰਦੇ ਆ ਬਲਿਓ ਚਿਰਾਗ ਅੰਧਿਆਰ ਮੈਂ। ਜਿਹੜਾ ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਹਦੇ ਅੰਦਰ ਇਹ ਸ਼ਬਦ ਦਾ ਦੀਵਾ ਜਗਿਆ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਜਦੋਂ ਇਹ ਅੰਦਰ ਗਿਆਨ ਦਾ ਦੀਵਾ ਜਗਦਾ, ਦੇਵਤਾ ਵੀ ਇੱਥੋਂ ਹੀ ਬਣਦਾ ਜਿਹਦੇ ਅੰਦਰ ਗਿਆਨ ਦਾ ਦੀਵਾ ਜਗ ਪਏ, ਉਹ ਦੇਵਤਾ ਹੈ। ਤਾਂ ਉਹਨਾਂ ਕੋਲ ਫਿਰ ਗਿਆਨ ਆਇਆ ਤੇ ਉਹ ਗਿਆਨ ਵਿੱਚੋਂ ਜਦੋਂ ਬੋਲੇ, ਉਸ ਗਿਆਨ ਵਿੱਚੋਂ ਤਾਂ ਹੀ ਨਬਜ ਵੇਖ ਕੇ ਉਹਨਾਂ ਨੇ ਸਾਰਾ ਕੁਝ ਦੱਸਿਆ ਨਾ ਤੇਰੀ ਬਾਡੀ ਵਿੱਚ, ਕਿ ਅੱਜ ਤਾਂ ਹਜ਼ਾਰਾਂ ਲੱਖਾਂ ਰੁਪਏ ਦੇ ਟੈਸਟ ਹੁੰਦੇ ਆ। ਇੱਕ ਹਕੀਮ ਕੋਲੇ ਕੀ ਸੀ, ਉਹਨੇ ਨਬਜ ਫੜ ਕੇ ਸਾਰੀ ਸਕੈਨ ਕਰ ਦੇਣੀ। ਉਹਨੇ ਕਹਿਣਾ ਜੀਭ ਦਿਖਾ, ਅੱਖਾਂ ਦਿਖਾ। ਇਦਾਂ ਦੇ ਨਿੱਕੇ ਨਿੱਕੇ ਜਿਹੜੇ ਉਹਦੇ ਖੋਜ ਕਰਨ ਦੇ ਇਹ ਸਾਧਨ ਸੀ। ਤੇ ਇਨਸਾਨ ਦੀ ਪੂਰੀ ਬਾਡੀ ਦੀ ਜਿਹੜੀ ਆ ਉਹ ਸਕੈਨ ਕਰਦੇ। ਕਈ ਇਹੋ ਜਿਹੇ ਵੀ ਮੈਂ ਸੁਣਨ ਵਿੱਚ ਆਇਆ ਕਿ ਇਨਸਾਨ ਦੇ ਪਰਛਾਵੇਂ ਤੋਂ ਦੇਖ ਕੇ ਵੀ ਡਾਇਗਨੋਸਿਸ ਕਰ ਲੈਂਦੇ ਸੀ, ਤਨ ਮਨ ਨੂੰ ਭਾਂਪ ਲੈਂਦੇ ਸੀ। ਹੁਣ ਉਹ ਗਿਆਨ ਹੀ ਹੋਇਆ ਨਾ। ਉਸ ਗਿਆਨ ਮਤਲਬ ਜਿਹੜੇ ਹਿਕਮਤ, ਵੈਦ, ਹਕੀਮ, ਗਿਆਨ ਜੋ ਇਹਨਾਂ ਦੇ ਮੁਖ ਤੋਂ ਨਿਕਲਿਆ ਉਹਨਾਂ ਨੂੰ ਵੇਦ ਕਿਹਾ ਗਿਆ। ਵੇਦ ਦਾ ਅਰਥ ਗਿਆਨ। ਇਹ ਜਿਹੜੇ ਗਿਆਨ ਦੇ ਗ੍ਰੰਥ ਨੇ, ਪਾਤਸ਼ਾਹ ਕਹਿੰਦੇ ਹਰ ਰੋਜ਼ ਇਹੀ ਲੋਕਾਂ ਨੂੰ, ਦੁਨੀਆ ਨੂੰ, ਮਾਨਵਤਾ ਨੂੰ, ਸੰਗਤਾਂ ਨੂੰ ਦੱਸ ਰਿਹਾ ਕਿ ਭਾਈ ਪਰਮਾਤਮਾ ਦੀ ਅਸੀਂ ਵਡਿਆਈ ਜ਼ਰੂਰ ਕਰ ਰਹੇ ਹਾਂ, ਪਰ ਜਿੰਨੀ ਅਸੀਂ ਕਰ ਦਿੱਤੀ ਉਹ ਇਸ ਤੋਂ ਵੀ ਅੱਗੇ ਹੈ। ਬਹੁਤਾ ਕਹੀਏ ਬਹੁਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਹਰ ਰੋਜ਼ ਇਹੀ ਕਹਿੰਦੇ। ਜਦੋਂ ਨਵੇਂ ਛੰਦ ਦੀ ਸ਼ੁਰੂਆਤ ਹੁੰਦੀ ਆ, ਉਹ ਕਹਿੰਦੇ ਮੈਂ ਛੰਦ ਤਾਂ ਨਵਾਂ ਸ਼ੁਰੂ ਕਰਨ ਲੱਗਿਆ, ਪਰ ਪਰਮਾਤਮਾ ਦੀਆਂ ਵਡਿਆਈਆਂ ਦਾ ਅੰਤ ਨਹੀਂ। ਮੈਂ ਅਲੱਗ-ਅਲੱਗ ਛੰਦਾਂ ਵਿੱਚ ਉਸ ਪਰਮਾਤਮਾ ਦੀ ਵਡਿਆਈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅੱਜ ਮਹਾਰਾਜ ਕਹਿ ਰਿਹਾ ਪਰਮ ਵੇਦ ਪੁਰਾਨ ਜਾਗੈ, ਨੇਤ ਭਾਖਤ ਨਿਤ। ਜਿਸ ਨੂੰ ਨੇਤ, ਜਿਸ ਵਰਗਾ ਹੋਰ ਕੋਈ ਨਹੀਂ, ਇਹ ਵੇਦ ਕਹਿ ਰਿਹਾ। ਪਰਮਾਤਮਾ ਇੰਨਾ ਵੱਡਾ, ਉਹਦੇ ਵਰਗਾ ਹੋਰ ਕੋਈ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਜਿੱਡਾ ਹੋਰ ਕੋਈ ਨਹੀਂ ਹੈ। ਚਾਰੇ ਵੇਦ, ਭਾਵੇਂ ਸ਼ਾਮ ਵੇਦ ਹੈ, ਰਿਗ ਵੇਦ ਹੈ, ਜਜੁਰ ਵੇਦ ਹੈ, ਅਥਰਵਣ। ਆਸਾ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਸ਼ਾਮ ਕਹੈ ਸੇ ਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹਿ। ਇੱਥੇ ਸ਼ਾਮ ਵੇਦ ਦੀ ਗੱਲ ਹੈ। ਰਿਗ ਕਹਿ ਰਿਹਾ ਭਰਪੂਰ, ਇੱਥੇ ਰਿਗ ਵੇਦ ਦੀ ਗੱਲ ਹੈ। ਰਾਮ ਨਾਮ ਦੇਵਾ ਮੈਂ ਸੁਰਨਾਏ ਲਿਆ, ਪਰਾਚਤ ਜਾਹੇ, ਨਾਨਕ ਤੋਂ ਮੁਖੰਤਰ ਪਾਏ। ਜੁਜ ਮੈਂ ਜੋਰ ਛੱਲੀ ਚੰਦਰਾਵਨ। ਜੁਜ ਦਾ ਅਰਥ ਯਜੁਰ ਵੇਦ ਤੋਂ ਲਿਆ। तो महाराज कहते आ जुज में जोर छली चंद्रावल, कान कृष्ण जादम पया, पार जात गोपी ले आया, वृंदावन में रंग किया, कल में वेद अथर्वण हुआ। इथे चौथे वेद की गल आ गई। नाव खुदाई अलोपिया, कलयुग विच अथर्वण वेद प्रधान हो गया। जगत दे मालक दा नाम खुदाए ते अल्लाह जिहड़ा वो वजन लग पिया।
पहले जेड़े जेड़े वेद ने उन्होंने कहा साम कह सितंबर स्वामी, जेड़ा शाम वेद आखदा सतयुग विच जगत दे मालक स्वामी दा नाम जेड़ा सितंबर प्रसिद्ध हो गया, पीले कपड़ियां वाला। फिर ऋग कह रहा भरपूर, जेड़ा ऋगवेद है वह कहता त्रेते युग विच श्री राम जी का नाम सारे थाई व्यापक हो गया। चलो जेड़े भगवान 14 कला संपूर्ण अवतार भगवान रामचंद्र जी के उपासक ने मुबारक, लेकिन गुरबाणी में जदों वार वार राम शब्द आया और रमे हुए राम परमात्मा लई आया, जेड़ा सर्व जगह व्यापक है, जिन्हों करता पुरख कहा जाता है, जिहदा जिक्र वार वार धन गुरु गोबिंद सिंह साहब पातशाह ने भी किया। ते नाए लिया पराचत जाए नानक तो मुखांतर पाए, ते मारे कह रहा जुज में जोर चली चंद्रावल कान कृष्ण जादम पया। ते जदों महाराज साहब कहते ये युग बदलते गए, इन्हां युगां दे विच द्वापर विच आया उदों कान कृष्ण भगवान कृष्ण जी 16 कला संपूर्ण अवतार जादम कृष्ण, जेड़ा ये प्रसिद्ध उन्हां दा नाम हो गया। मालक दा नाम सावल जादम कृष्ण, सावल सुंदर राम मैया, परमात्मा लिए भी ये शब्द आए। ते पर जेड़ा हुण कल मैं वेद अथर्वण हुआ नाउ खुदाई अलो पया, इत्थे कलयुग दे विच जगत दे मालक दा नाम खुदाए ते अल्लाह वजन लग पिया। ताई महाराज साहब ने कहा कोई बोले राम राम, कोई खुदाए कोई सेवै गुसैया, कोई अल्लाह है कारण करण करीम कृपा तार रहीम। उस परमात्मा दे इन्ने नाम पै गए। युगां दे विच ये सारियां गल्लां युगां वाइज ते प्रसिद्ध हुंदियां गईयां। वाहिगुरु ऐसा है ओदी बाबत चारे वेदे कहंदे ने वो सदा सब तो उच्चा है, उस वर्गा होर कोई नहीं। ये वेदां दा ज्ञान है, वेदां दा कहना जेड़े चार वेद ने सनातन मत दे प्रसिद्ध ग्रंथ ने, और वो मारे कह रहे आ, वो भी कह रहे आ कि परमात्मा इन्ना वड्डा इन्ना उच्चा जिन्हों असीं बयान नहीं कर सकते, पूर्ण तौर पर मुकम्मल रब दा जिहड़ा वो बयान नहीं कर सकते। इन्ना ही लिख सके ने वो वेद कि परमात्मा बहुत वड्डा है, ਉਹਦੇ वर्गा कोई होर नहीं। जिन्ना कथन करदे आ इस तो भी वड्डा बहुता कईया बहुता होए। नेत पाकत नित नित ये दुनिया नूं ਉਹ दस रहे ने ते सिफतां दा कर रहे ने परमात्मा दियां, मुकम्मल नहीं। नेत वो कहंदे नहीं है, जिन्ना असीं बयान कीता इतना नहीं है, होर भी है। तां सहस्कृति दे विच धन श्री गुरु अर्जन देव पातशाह ने बड़े कमाल दे वचन कहे, नेत नेत कथांत वेदा, जिन्हों गुरु गोबिंद सिंह महाराज कह रहा परम वेद पुराण जाके नेत भागत नित। मैं नाल तां गुरबाणी दे प्रमाण आप जी नाल सांझे कर रहा कि जेड़ी मन विच दुविधा है, किसी के मन च ना जावे कि यह बाणी नहीं, ये साडे नितनेम दी बाणी है, प्रमाणित बाणी है। तो याद रखना नाल नाल धन गुरु ग्रंथ साहब महाराज दे बचन ते जाप साहब दे बचनां दी समेलता वेखो कैसी, क्योंकि जोत वह जुगत साइस है काया फिर पल, जोत तो वही है ना 10वें पातशाह में जेड़ी गुरु नानक साहब विच है, जेड़ी जोत 5वें पातशाह विच है, वही जोत अज कलगीधर पातशाह दे विच है। कलगीधर कह रहे आ परम वेद पुराण जाके नेत भागत नित। सहस्कृति विच गुरु अर्जन साहब कह रहे नेत नेत कथांत वेदा, जेड़े वेद ने हर रोज वो कथन कर रहे आ कि उस वर्गा परमात्मा वर्गा कोई होर नहीं है, नेत नहीं है। ऊंच मूच अपार गोविंद है, गोविंद जेड़ा ऊंच उच्चा है। गोविंद का अर्थ है गो अर्थ जेड़ा धरती का है, बिंद का अर्थ है सहारा, जेड़ा इस सारी धरती का सहारा है। बल्कि कली यही धरती नहीं, जिन्हों वेदां ने वेद ही कह रहे आ धरती होर परै होर। गुरु नानक साहब ने कहा चलो कह रहा पाताला पाताल लख आगासा आगास ओढ़ ओढ़ गोपाल धके। वेद कहने के बाद सहस 18 कहनक देबा असलू एक धात, लेखा हुए ता लिखी है लेखा हुए विनाश नानक वड्डा आखिया आपे जाने आप। ओ लख की गल कर रहा, लख का मतलब गिनती च, लेकिन गुरु नानक साहब ने कहा नहीं भाई इहो जे पताल किन्निया कोई गिनती नहीं, आकाश किन्निया कोई गिनती नहीं, धरती होर पर है होर होर। धरतियां का कोई अंत नहीं है। जे 3 भवन ने फिर 3 भवनों में धरती भी होएगी, आकाश भी होएगा, चंद सूरज भी होणगे, उत्थे तारे भी होणगे, उत्थे जीव जंत भी होणगे। जे असीं आ धरती नूं वेख रहे हां, जे असीं पताल लोक दी गल स्वर्ग लोक आकाश लोक दी गल करदे, उत्थे भी तां यही कुछ है ना। ते जपजी साहब विच महाराज ने कहा केते इंद चंद सूर केते, केते का मतलब कई कई ने, एक सूरज एक चंद्रमा नहीं, पर जो भी है सब उस परमात्मा की सिरजना है।
और सारे कासे का सहारा ही वो है, ऊंच मूच अपार गोबिंदक है। मारे कहते वो उच्चा है, मूच का अर्थ होंदा वड्डा, अपार का मतलब बेअंत। धन गुरु रामदास पातशाह ने भी कहा, ये तो उन्होंने रब दी सिफतां कीतियां। सोढी सुल्तान धन श्री गुरु रामदास पातशाह ने भी उस्तत की। गुरु अर्जन देव महाराज के बचन भी आप जी ने सुने, ते गुरु रामदास कह रहा, तू पार ब्रह्म बेअंत बेअंत जी, तेरे क्या गुण आख विखाना। इसी रहरा साहब के पाठ च रोज पढ़ते हैं। ए परमात्मा तू इन्ना वड्डा है, इन्ना बेअंत है, इन्ना बेअंत है, तेरे क्या गुण आख विखाना। तेरे केड़े केड़े गुणों का मैं व्याख्यान करा, केड़े केड़े गुणों नू आखा तू इन्ना बेअंत। तो महाराज साहब ने क्या, कोट सिमरत पुराण शास्त्र, अगली पंक्ति है, ना आवी बहुत चित, जेड़ा परमात्मा करोड़ा सिमरतियां पुराणा दे राही भी उस वाहिगुरु दे असल स्वरूप की जिहड़ी आ वो पूरी समझ नहीं आ सकती। जिन्हों असीं रोज बयान करते हैं, जेड़े शब्द रोज कई बार आ गए ते आ रहे ने ते आने ने। भुजंग फरियाद छंद ही कई बार महाराज साहब ने जप साहब की बाणी चो उचार दिता, और बेअंत शब्द आ जिहड़े वार वार पुनरुक्ति च आ रहे आ, ते लो एक एक शब्द की उन्होंने वार वार भी असीं व्याख्या करी जाइए तां भी वो जिहड़ा ज्ञान है मुकदा नहीं। मारे कहते कोट सिमरत करोड़ा सिमरतियां जेड़े ने ये रल मिल के भी उस परमात्मा का पुराण होण, शस्त्र होण, वेद होण, ओदा पूरा मुकम्मल ज्ञान जिहड़ा है वो नहीं प्रगट कर सकते। असल स्वरूप जिहड़ा है पूरी तरह नहीं उन्होंने बयान कर सकते। गुरु नानक साहब कहते करोड़ां दी भी गल, जेड़ा आ लख मन कागज, अज असीं धर्म का अध्ययन करने वास्ते किताबां खरीदिया, ग्रंथ खरीदे जाते हैं। सिख धर्म के ग्रंथ बेअंत ने, सनातन धर्म के ग्रंथ बेअंत ने, इस्लाम के ग्रंथों की गिनती नहीं, ईसाई धर्म के ग्रंथों की गिनती नहीं, जैन मत की अपनी व्याख्या है, बुद्ध धर्म के अपने लिटरेचर ने, सारे धर्मों का अपना अपना किताबों में ज्ञान है। पर कहते जे परमात्मा नूं बयान करना होवे, उहदा ज्ञान लिखना होवे, लख मन कागज होण। लख शब्द क्या, लख इत्थे बहुवचन आ, 20 लाख 40 लाख 50 लाख 60 लाख 70 लाख कोई गिनती नहीं। लख मन का हुण इन्ना वड्डा जे ग्रंथ होवे, इन्ने लख मन कागज होण, ओ ग्रंथ नूं चकेगा कौन, प्रकाश कौन करेगा, उन्होंने कित्थों पढ़ना शुरू होएगा, कित्थे जाके उहदी समाप्ति होएगी। रब दी वडियाई करन वास्ते पातशाह कहंदे हवा कलम बन जाए। आ जिहड़ी हवा चलदी आ ये कलम बने, लखां मन कागज होण, जे तां भी उस रब दियां जे सिफतां कोई लिखना चाहे नहीं लिखियां जा सकदियां। लखां मन कागजां दे उपर कबीर सात समुंदे मस करो, कलम करो बनराए, बसदा कागज जो करो हर जस लिखण ना जाए। धन गुरु नानक साहब ने कहा, नानक कागज लख बना, पढ़ पढ़ कीचै भाओ, मसू तोड़ ना आवे, लेखन पाउण चलाओ। सारे समुद्रां दे पानी नूं शाही बना लो, ते हवा जिहड़ी आ ओ कलम बन जाए, ते सारी धरती जो कुछ नजर आ रहा है कागज बना लो, ते फिर तुसीं रब दी सिफत लिखनी शुरू करो, तां भी एक कागज एक कलमा ये शाहियां थोड़ियां रह जाणगियां, रब दीयां सिफतां फिर भी नहीं मुकणगियां। किड्डा मुकम्मल है, किन्ना बेअंत है, किन्ना अपार है वो परमात्मा। महाराज साहब ने कहा, भी तेरी कीमत ना पवे, इन्ना कुछ करन तो बाद भी तेरी कीमत नहीं हो, केवट आखा ना, किवें आखा तेरा नाम इन्ना वड्डा। बस यही कह सकदा, तू बहुत बेअंत है, तू बहुत वड्डा है, तू बहुत उच्चा है, तू बहुत समर्थ है, तू अपार है परमात्मा। पर मैं किते भी फुल स्टॉप ला के गल खत्म नहीं कर सकता कि इस तो अगे रब नहीं है। तेरियां वड्याइयां बेअंत ने, वेद शास्त्र पुराण सिमरतियां, पाक पवित्र गीता जी होवे, पाक पवित्र रामायण है, पाक पवित्र बाइबल है, पाक पवित्र कुरान मजीद कुरान शरीफ है, इस्लामिक 4 ग्रंथ जिन्ने भी ये ने, ये सारे रब की वडियाई सिफत कर रहे, पर मुकम्मल किसी तो बयान नहीं हो रहा। धन श्री गुरु ग्रंथ साहब महाराज दे विच परमात्मा की महिमा है। गुरु नानक साहब कहते, किन्ना होर केते गावन से मैं चितनावन, नानक क्या विचारे विचारा, नानक किन्ना क बयान करे, मैं जिन्ने क कर सकदा सी कर दिता, पर इस तो भी होर बेअंत है तेरी गल, इस तो भी बेअंत है परमात्मा तू। आपां स्वरूप दे जेड़े ने गुरु ग्रंथ साहब पातशाह होण, आपां सारे स्वरूप दे दर्शन जेड़े करने, आकार किन्ना को है, प्रकाश भी असीं कर लैने आ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ ਅਸੀਂ ਕਰਦੇ ਹਾਂ। ਕੁਰਾਨ ਦੇ ਵੀ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਆ, ਬਾਈਬਲ ਦੇ ਦਰਸ਼ਨ ਕੀਤੇ ਹੋਣੇ ਆ, ਪਰ ਲੱਖ ਮਣ ਕਾਗਜ਼ ਦਾ ਬਣਿਆ ਹੋਇਆ ਗ੍ਰੰਥ, ਇੰਨਾ ਵੱਡਾ ਗ੍ਰੰਥ ਮਹਾਰਾਜ ਸਾਹਿਬ ਕਹਿੰਦੇ ਨੇ, ਇੰਨੇ ਵੱਡੇ ਗ੍ਰੰਥ ਦੇ ਵਿੱਚ ਉਸ ਰੱਬ ਦੀ ਜੇ ਮਹਿਮਾ ਲਿਖੀਏ ਤਾਂ ਵੀ ਮੁਕੰਮਲ ਨਹੀਂ ਹੋ ਸਕਦੀ। ਇਸ ਲਈ ਬਚਨ ਨੇ ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੇਰੀ ਮਹਿਮਾ ਪਾਤਸ਼ਾਹ ਕਿਵੇਂ ਬਿਆਨ ਕਰੀਏ, ਤੂੰ ਠਾकुर है, तू उच्चा है। कलगीधर पातशाह के बचन ने कहा बुद्ध प्रभ तुच्छ हमारी, वर्ण सको महिमा जो तुम्हारी, हम ना सकत कर सिफत तुम्हारी, आप लिहो तुम कथा सुधारी। असी अज निक्की जी जुबान नाल, असी छोटे जे बुद्धि मंडल दे घेरे नाल, असी कोई 4 किताबां पढ़ के जे कहिए भी असी रब दी व्याख्या करन चलिया नहीं होनी। फिर भी जिन्ना क समा घंटा होवे, पौना घंटा, सवा घंटा, जिन्ना समा मिलेगा उन्ने समय विच भी तुसी आप ही विच वरत के अपने गुण गवाउणे आ। साडी तां इन्नी भी समर्था नहीं, वर्ण सको महिमा जो तुहारी, साडी तां इन्नी भी समर्था नहीं, ये तुसी बख्शिश करनी आ। तो महाराज साहब कहंदे आ भाई तुच्छ मात्र बुद्धि, धन गुरु कलगीधर पातशाह ने बचन कहे आ। चलो असीं कथा करन लगे बचन पढ़दे आ, पर उचारण किने कीते आ? गुरु गोबिंद सिंह महाराज ने कहा बुद्ध प्रभ तुच्छ हमारी। ये बचन गुरु गोबिंद सिंह महाराज ने, ते महाराज कहते ने इहनूं निमरता भी क्या है। गुरु गोबिंद सिंह साहब पातशाह एक जिन्हां नूं बाणी विच कहा सास्त सोधे सिमरत वेद, पार ब्रह्म गुर नाही भेद। ਉਹ ਜੋਤ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿੱਚ, ਜਿਹਨੂੰ ਭੱਟ ਸਾਹਿਬਾਨਾਂ ਨੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਰੱਬ ਆਪ ਆਇਆ ਗੁਰੂ ਨਾਨਕ ਦੇ ਰੂਪ ਵਿੱਚ, ਉਹੀ ਜੋਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿੱਚ ਹੈ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ ਜਿਹੜਾ ਆਪ परमात्मा ਦਾ ਸਰਗੁਣ ਸਰੂਪ ਹੈ। ਗੁਰੂ परमात्मा ने ਕਿਹਾ ਨਾਨਕ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਤੇਰੇ ਕਰਮ ਮੇਰੇ ਕਰਮ ਸਾਰੇ ਤੇਰੇ ਕਰਮ ਹੋਣਗੇ, ਜਿਹਦੇ ਉੱਪਰ ਤੇਰੀ ਕਿਰਪਾ ਉਹਦੇ ਉੱਪਰ ਮੇਰੀ ਕਿਰਪਾ। ਇਹ ਬਚਨ ਰੱਬ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ, ਉਸੇ ਰੱਬ ਦਾ ਸਰਗੁਣ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਕਿੰਨੀ ਨਿਮਰਤਾ ਹੈ, ਕਿੰਨੀ ਨਿਮਰਤਾ ਵਿੱਚ ਮਹਾਰਾਜ ਨੇ ਬਚਨ ਕਹੇ। ਤੇ ਇੱਕ ਗੱਲ ਯਾਦ ਰੱਖਣਾ, ਐਵੇਂ ਪਰਮਾਤਮਾ ਦੀ ਵਡਿਆਈ ਕਰਦੇ ਆ, ਜਿਵੇਂ ਜਿਵੇਂ ਨਿਮਰਤਾ ਵੱਧਦੀ ਜਾਂਦੀ ਹੈ ਉਵੇਂ ਉਵੇਂ ਇਨਸਾਨ ਮਹਾਨ ਹੁੰਦਾ ਜਾਂਦਾ ਹੈ। ਇਹ ਨਿਮਰਤਾ ਵੱਡਾ ਗੁਣ ਹੈ परमात्मा ਦੇ ਨੇੜੇ ਕਰਨ ਦਾ। परमात्मा ਦੇ दैवी ਗੁਣਾਂ ਵਿੱਚੋਂ ਨਿਮਰਤਾ ਇੱਕ ਗੁਣ ਹੈ। तो महाराज कहते ਇਹ विधान है, एक सृष्टि का विधान भी है, धर्म का एक विधान है, पर एक परमार्थ की दुनिया में एक नियम है। आप उसको जो जाने नीचा सो गनिए सब ते ऊंचा। जिन्हें निमरता च आ गया, जिन्हें नीवा कहाया सब तो ऊंचा हो गया, सब तो ऊंचे हो गए। तो ब्रह्म ज्ञानी किनू कहते हैं? ब्रह्म ज्ञानी ऊंच ते ऊंचा मन अपने है, सब ते नीचा। ब्रह्म ज्ञानी की निशानी की दुनिया कहती है जी पहुंचे हुए महापुरुष ने, ब्रह्म ज्ञानी ने कितना सत्कार असीं महापुरुषों नूं दिंदे आ, क्योंकि सानू ये एहसास आ कि वो रब दे नेड़े ने, परमात्मा दे नेड़े ने। पर मन अपना है, सब उन्होंने मन इन्ना नीवा कीता होया। बाबा अतर सिंह मस्तोणा साहब वालियां दा जीवन पढ़ो, कई कई घंटे वो गुरु ग्रंथ साहब महाराज के चरणों च बाहर दहलीज ते मत्था ही रगड़ी जाते, निशान पै जाता सी मत्थे ते। वो मत्थे का निशान सुकदा नहीं सी जख्म जेड़ा, क्योंकि जे किसी ने अचानक पैरी हाथ ला दिते तो घंटियां बद्धी गुरु ग्रंथ साहब महाराज के चरणों की नमस्कार करते रहते। कैसी निमरता। फिर उन्होंने ताबिया जाके जदों जाना किसी समागम च, फटाफट जाके गुरु ग्रंथ साहब की ताबिया बैठ जाना भी कोई मैनू मत्था ना टेके, जिन्हें टेकना गुरु ग्रंथ साहब महाराज मत्था टेके। मन अपने है सब ते नीचा। ये उन्होंने ब्रह्म ज्ञानियों दी निशानियां ने। महाराज कहते कहां बुद्ध प्रभ तुच्छ हमारी, वर्ण सके महिमा जो तो वाहिगुरु मेरी तुच्छ बुद्धि, मैं तुहाडी महिमा किवें वर्णन कर सकदा, मेरी तो बुद्ध बड़ी छोटी है। मैं तो घड़े दी मच्छी हाँ, तू एडा वड्डा समुंदर, तेरे एडे वड्डे सागर दंत किवें पावां, हम ना सकत कर सिफत। किन्नी निमरता विच ये कलगीधर पातशाह ने बचन कहे। तो महाराज कहते जे ये बचन सारियां नूं कहने आ जाण और उसे भाव विच कहने आ जाण जिस भाव विच गुरु गोबिंद सिंह पातशाह ने कहे आ, ये बचन साडे भी रूह विचों निकलण, तां निमरता साडे जीवन विच प्रगट होवे, निमरता दा गुण साडे जीवन च आवे, जिस निमरता नाल असीं परमात्मा दे नेड़े हो सकीए, साडी उहदे नाल साझ बणे, क्योंकि उहदे गुणां विचों
ਇਹ ਗੁਣ ਹੈ, ਇਹ ਧੰਨ ਭਾਗ ਨੇ ਕਿ ਉਹਨੇ ਆਪਣੀ ਗੋਦ ਵਿੱਚ ਆਪਾਂ ਸਾਰਿਆਂ ਨੂੰ ਜਗ੍ਹਾ ਦਿੱਤੀ, ਬਿਠਾਇਆ ਸੀ, ਉਹਦੇ ਗੁਣ ਗਾ ਰਹੇ ਹਾਂ, ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਇਹ ਵੱਡੇ ਭਾਗ ਨੇ ਆਪਣੇ। ਤਾਂ ਮਹਾਰਾਜ ਸਾਹਿਬ ਕਹਿੰਦੇ ਕਿਤੇ ਐਸਾ ਨਾ ਹੋਵੇ ਗੁਣ ਗਾਉਂਦੇ ਜਾਂ ਸੁਣਦੇ ਹੰਕਾਰ ਹੀ ਆ ਜਾਏ। ਇਸ ਗੱਲ ਤੋਂ ਬਚਣਾ ਹੈ। ਦਵਾਈ ਨਾਲ ਪਰਹੇਜ਼ ਜ਼ਰੂਰੀ ਹੈ। ਕਿਤੇ ਗੁਣ ਗਾਉਂਦਿਆਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਸੇਵਾ, ਮੈਂ ਹਰ ਰੋਜ਼ ਬੇਨਤੀ ਕਰਦਾ ਹੰਕਾਰ ਤੋਂ ਬਚਿਓ। ਹੰਕਾਰ ਤਾਂ ਇਉਂ ਕਹਿ ਲਓ, ਪਰਮਾਤਮਾ ਨੇ ਇੱਕ ਵੱਡਾ ਟੈਸਟ ਪਾ ਦਿੱਤਾ ਕਿ ਭਾਈ ਮਾਤਲੋਕ ਦੇ ਚੱਲਿਆ, ਹੰਕਾਰ ਤੇਰਾ ਵੱਡਾ ਦੁਸ਼ਮਣ ਹੈ, ਸਾਰੀ ਜ਼ਿੰਦਗੀ ਤੇਰੀ ਇਹਦੇ ਨਾਲ ਲੜਾਈ ਰਹਿਣੀ ਆ, ਤੇ ਜਿੱਤ ਗਿਆ ਤੂੰ ਪ੍ਰਵਾਨ ਹੈ, ਜੇ ਇਹ ਜਿੱਤ ਗਿਆ ਫਿਰ ਆਵਾਗੁਣ ਤੇਰੇ ਲਈ ਫਿਰ ਤਿਆਰ ਹੈ। ਕਿਉਂਕਿ ਜਨਮ ਮਰਨ ਹੰਕਾਰ ਵਿੱਚ ਹੈ। ਹਉਮੈ ਦਾ ਬੱਧਿਆ ਹੋਇਆ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਲਿਆ, ਹਉ ਵਿੱਚ ਦਿੱਤਾ, ਹਉ ਵਿੱਚ ਖੱਟਿਆ। ਮਹਾਰਾਜ ਸਾਹਿਬ ਨੇ ਹਉ ਦੀ ਪੌੜੀ, ਇਹ 7ਵੀਂ, ਕਦੇ ਤੁਸੀਂ ਸ਼ਲੋਕ 7ਵੀਂ ਪੌੜੀ ਦੇ ਨਾਲ ਜਿਹੜੇ ਸ਼ਲੋਕ ਨੇ ਆਸਾ ਕੀ ਵਾਰ ਦੇ ਪੜ੍ਹ ਕੇ ਵੇਖਿਓ, ਸਾਰਾ ਹਉਮੈ ਹੰਕਾਰ ਦੇ ਅਧੀਨ ਪਾਤਸ਼ਾਹ ਨੇ ਇਹ ਬਚਨ ਕਹੇ। ਨਾਲ ਚਲੋ ਦੂਜੇ ਪਾਤਸ਼ਾਹ ਨੇ ਕਹਿ ਦਿੱਤਾ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਤਾਂ ਹਉਮੈ ਹੀ ਬੰਦਨਾ ਕਿਤ ਸੰਜਮ ਇਹ ਜਾਏ। ਇਹ ਨਾਲ ਪਾਤਸ਼ਾਹ ਨੇ ਦਵਾਈ ਵੀ ਦੱਸੀ ਆ ਕਿ ਇਸ ਹਉਮੈ ਨੇ ਖਤਮ ਕਿਵੇਂ ਹੋਣਾ, ਇਹ ਹਉਮੈ ਦੇ ਰੋਗ ਤੋਂ ਤੁਸੀਂ ਫਤਿਹ ਯਾਬ ਕਿਵੇਂ ਹੋਣਾ। ਮਨ ਜੀਤੈ ਜਗ ਜੀਤ, ਮਨ ਜਿੱਤਣਾ ਵੀ ਹੰਕਾਰ ਨੂੰ ਜਿੱਤਣਾ ਹੀ ਹੈ। ਕਿਉਂਕਿ ਮਨ ਕਹਿੰਦਾ ਮੈਂ ਕੀਤਾ, ਪਰ ਜਦੋਂ ਤੁਸੀਂ ਮਨ ਨੂੰ ਜਿੱਤ ਲਓਗੇ ਫਿਰ ਇਹ ਕਹੇਗਾ ਨਹੀਂ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਈ। ਫਿਰ ਜਦੋਂ ਮਨ ਤੋਂ ਤੁਸੀਂ ਫਤਿਹ ਯਾਬ ਹੋ ਜਾਓਗੇ ਫਿਰ ਇਹ ਕਹੇਗਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਕੈਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਮੇਰਾ। ਜਦੋਂ ਤੱਕ ਇਹ ਮੈਂ ਮੇਰੀ ਤੇ ਖੜਾ, ਜਦ ਤੱਕ ਦਾ ਕਹੇਗਾ ਮੈਂ ਹੀ ਕਰ ਰਿਹਾ, ਬਸ ਮੈਂ ਤੇ ਤੂੰ ਦਾ ਝਗੜਾ। ਜਦੋਂ ਸਮਝ ਆ ਜਾਏ ਫਿਰ ਰਾਮ ਰਹੀਮ ਤੇ ਮੌਲਾ ਕਿਆ, ਜਦ ਸਮਝ ਪੜੀ ਤੋਂ ਰੌਲਾ ਕਿਆ, ਫਿਰ ਇਹ ਸਾਰੇ ਜਿੰਨੇ ਨਾਵਾਂ ਦੇ ਝਗੜੇ ਨੇ ਇਹ ਵੀ ਖਤਮ ਹੋ ਜਾਣਗੇ। ਜਦੋਂ ਸਮਝ ਆ ਗਈ ਕਿ ਰੱਬ ਇੱਕੋ ਹੀ ਹੈ ਤੇ ਸਾਰੇ ਕੁਛ ਕਰਨ ਦੇ ਸਮਰੱਥ ਉਹ ਆਪ ਹੈ, ਤੇ ਉਹਦੇ ਨਿਯਮ ਦੇ ਵਿੱਚ, ਉਹਦੇ ਹੁਕਮ ਰੂਪੀ ਨਿਯਮ ਵਿੱਚ ਇਹ ਸਾਰਾ ਕੁਝ ਹੋ ਰਿਹਾ, ਬ੍ਰਹਿਮੰਡ ਚੱਲ ਰਿਹਾ। ਤੋਂ ਮਾਰੇ ਕਹਿੰਦੇ ਆ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੀ ਪਹੁੰਚਿਤ, ਪਰਮਾਤਮਾ ਦਾ ਸਰੂਪ ਭਾਈ ਪੂਰੀ ਤਰ੍ਹਾਂ ਸਮਝ ਜਿਹੜਾ ਉਹ ਨਹੀਂ ਆ ਸਕਦਾ। ਇਹ ਕਰੋੜਾਂ ਸਿਮਰਤੀਆਂ, ਇਹ ਵੇਦ, ਇਹ ਪੁਰਾਣ, ਇਹ ਸ਼ਾਸਤਰ ਕਹਿ ਰਿਹਾ। ਤੇ ਮਹਾਰਾਜ ਸਾਹਿਬ ਨੇ ਬਾਣੀ ਵਿੱਚ ਵੀ ਇਸੇ ਨੂੰ ਕਿਹਾ, ਜਿਹੜਾ ਪਰਮਾਤਮਾ ਦਾ ਸਰੂਪ ਹੁਣ ਕਿਵੇਂ ਬਿਆਨ ਕਰੋਗੇ। ਮਹਾਰਾਜ ਨੇ ਸੰਸਕ੍ਰਿਤ ਵਿੱਚ ਕਿਹਾ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਜਿਹੜਾ ਪਰਮਾਤਮਾ ਹੈ ਉਸ ਦੇ ਹੱਥ ਵਿੱਚ ਨਾ ਕੋਈ ਸ਼ੰਖ ਹੈ, ਚਾਹੇ ਵਿਸ਼ਨੂੰ ਭਗਵਾਨ ਨੇ, ਭਗਵਾਨ ਕ੍ਰਿਸ਼ਨ ਜੀ ਆਏ, ਭਗਵਾਨ ਰਾਮਚੰਦਰ ਜੀ ਆਏ, ਭਗਵਾਨ ਸ਼ਿਵ ਭੋਲੇਨਾਥ ਜਿਨ੍ਹਾਂ ਨੂੰ ਕਿਹਾ, ਸਾਰਿਆਂ ਕਾਲੀ ਮਾਤਾ ਹੈ, ਸਾਰਿਆਂ ਦੇ ਹੱਥਾਂ ਵਿੱਚ ਕੋਈ ਨਾ ਕੋਈ ਹਥਿਆਰ ਸ਼ਸਤਰ ਫੜਿਆ। ਹਨੂਮਾਨ ਜੀ ਦੇ ਹੱਥ ਵਿੱਚ ਗਦਾ ਹੈ, ਭਗਵਾਨ ਕ੍ਰਿਸ਼ਨ ਜੀ ਦੇ ਹੱਥ ਵਿੱਚ ਚੱਕਰ ਹੈ, ਭਗਵਾਨ ਸ਼ਿਵ ਜੀ ਕੋਲ ਤ੍ਰਿਸ਼ੂਲ ਹੈ, ਪਰ ਰੱਬ ਕੋਲੇ ਨਾ ਸੰਖੰ, ਕੋਈ ਸ਼ੰਖ ਵੀ ਨਹੀਂ, ਕਿਉਂਕਿ ਉਹਦਾ ਆਕਾਰ ਨਹੀਂ, ਸਾਡੇ ਵਰਗੇ ਉਹਦੇ ਹੱਥ ਨਹੀਂ। ਨਾ ਸੰਖੰ ਨਾ ਚੱਕਰੰ, ਨਾ ਉਹਦੇ ਹੱਥ ਵਿੱਚ ਕੋਈ ਚੱਕਰ ਹੈ, ਨਾ ਗਦਾ, ਨਾ ਕੋਈ ਹਨੂਮਾਨ ਜੀ ਵਾਲੀ ਗਦਾ ਹੈ। ਮਹਾਰਾਜ ਕਹਿੰਦੇ ਨਾ ਹੀ ਉਹਦੇ ਕੋਲੇ ਵਿਸ਼ਨੂੰ ਭਗਵਾਨ ਦੀ ਤਰ੍ਹਾਂ ਉਹ ਜਿਹਾ ਸਰੂਪ ਹੈ, ਪਰ ਸਰੂਪ ਸਾਰੇ ਉਸੇ ਦੇ ਹੀ ਨੇ। ਨਾ ਹੀ ਉਹ ਵਿਸ਼ਨੂੰ ਹੈ, ਨਾ ਉਹ ਕ੍ਰਿਸ਼ਨ ਹੈ, ਤੇ ਹੈ ਉਹੀ, ਪਰ ਕੱਲਾ ਉਹ ਨਹੀਂ ਹੈ, ਸਾਰੇ ਪਾਸੇ ਉਹੀ। ਤੋਂ ਮਹਾਰਾਜ ਕਹਿ ਰਿਹਾ ਅਚਰਜ ਰੂਪੰ ਰਹੰਤ ਜਨਮ, ਉਹ ਜਨਮ ਤੇ ਰਹਿਤ, ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ ਜੋ ਬਿਆਨ ਨਹੀਂ ਹੋ ਸਕਦਾ। ਨੇਤ ਨੇਤ ਕਥੰਤ ਵੇਦਾ, ਆਹ ਗੱਲ ਹਰ ਰੋਜ਼ ਵੇਦ ਕਹਿ ਰਹੇ ਆ ਕਿ ਉਹਦਾ ਸਰੂਪ ਭਾਈ ਬਿਆਨ ਨਹੀਂ ਹੋ ਸਕਦਾ। ਉਹ ਰੂਪ ਨਾ ਰੇਖ ਨਾ ਰੰਗ ਕਿਛ, ਇਹ ਤਿੰਨਾਂ ਗੁਣਾਂ ਦੀ ਅਵਸਥਾ ਵਿੱਚ ਜਿਉ ਰਿਹਾ ਪਰਮਾਤਮਾ, ਜਿਹਦਾ ਰੂਪ ਰੰਗ ਆਕਾਰ ਨਿਸ਼ਾਨ ਕੁਛ ਵੀ ਨਹੀਂ ਹੈ। ਊਚ ਮੂਚ ਅਪਾਰ ਗੋਬਿੰਦ ਹੈ, ਬਸੰਤ ਸਾਧ ਰਿਦਿਅੰ ਅਚੁੱਤ, ਬੁਝੰਤ ਨਾਨਕ ਵਡਭਾਗੀ ਹੈ। ਤੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਸਰੂਪ ਉਹਦਾ ਐਵੇਂ ਬਿਆਨ ਨਹੀਂ, ਪਰ ਉਹ ਅਵਿਨਾਸ਼ੀ ਪ੍ਰਭੂ ਗੁਰਮੁਖਾਂ ਦੇ ਹਿਰਦੇ 'ਚ ਵਸਦਾ ਹੈ। ਆਪ ਜੈਸੇ ਸਤ ਸੰਗੀਆਂ ਵਿੱਚ ਵਸਦਾ ਹੈ, ਗੁਰਮੁਖ ਜਨਾਂ ਵਿੱਚ ਵਸਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਇੱਕ ਬਾਣੀ ਪੜਨ ਵਾਲੇ, ਨਾਮ ਸੇਵਾ ਸਿਮਰਨ ਕਰਨ ਵਾਲੇ, ਮੈਡੀਟੇਸ਼ਨ ਕਰਨ ਵਾਲੇ ਦੀ ਰਸਨਾ, ਉਹਦੇ ਹਿਰਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਤੇ ਉਹਦਾ ਰੂਪ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਕਹਿਣਾ ਪਿਆ ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨ ਸੰਸਰ ਕੋ ਲਾਗੈ, ਢੂੰਡ ਰਹੇ ਹਮ ਉੱਚਾ, ਬਹੁ ਬਿਆੰਤ ਅਤ ਵੱਡੋ ਕਹਾਰੋ, ਥਾ ਨਹੀਂ ਅਬ ਉੱਚਾ। ਬੜਾ ਬਿਆੰਤ ਹੈ, ਬਹੁਤ ਵੱਡਾ ਹੈ, ਬੜਾ ਗਹਿਰ ਗੰਭੀਰ, ਦਾ ਥਾ ਕੋਈ ਨਹੀਂ। ਤੋਲ ਨਾ ਤੁਲਿਆ ਮੋਲ ਨਾ ਮੁਲਿਆ, ਕੱਤ ਪਾਈਐ ਮਨ ਰੂਚਾ, ਤੋਲਿਆ ਨਹੀਂ ਜਾ ਸਕਦਾ, ਮਿਲਿਆ ਨਹੀਂ ਜਾ ਸਕਦਾ। ਉਹ ਪਰਮਾਤਮਾ ਜਿਹੜਾ ਹੈ ਇੰਨਾ ਬਿਆੰਤ ਹੈ, ਰੂਚਾ, ਮਨ ਨੂੰ ਪਿਆਰਾ ਲੱਗਣ ਵਾਲਾ ਉਹਦਾ ਸਰੂਪ।
ਉਹਨੂੰ ਐਵੇਂ ਬਿਆਨ ਨਹੀਂ ਹੋ ਸਕਦਾ। ਤੋ ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਆ ਭਾਈ ਉਸ ਪਰਮਾਤਮਾ ਦੇ ਤਾਂ ਬਸ ਗੁਣ ਗਾਓ ਜਿੰਨੇ ਗਾ ਸਕਦੇ ਆ, ਉਹਨੂੰ ਧੰਨ ਕਹੋ, ਉਹਨੂੰ ਵੱਡਾ ਕਹੋ। ਆਹੀ ਸਾਡਾ ਵਡਿਆਈਆਂ ਕਰਨ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੱਸਿਆ। ਅਗਲਾ ਛੰਦ ਮਦ ਭਾਰ ਛੰਦ, ਤਵੈ ਪ੍ਰਸਾਦ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇਸ ਤੋਂ ਪਹਿਲੇ ਛੰਦ ਵੀ ਪਰਮਾਤਮਾ ਤੇਰੀ ਕਿਰਪਾ ਨਾਲ ਉਚਾਰੇ, ਤੇਰੀ ਉਪਮਾ ਵਿੱਚ ਉਚਾਰੇ, ਤੇਰੀ ਉਪਮਾ ਕਰਨ ਲਈ ਉਚਾਰੇ। ਤੇ ਮੈਂ ਸੋਚਦਾ ਸੀ ਇਸ ਤੋਂ ਪਹਿਲਾਂ ਵਾਲੇ ਛੰਦਾਂ 'ਚ ਮੁਕੰਮਲ ਹੋ ਜਾਏਗਾ ਤੇਰਾ ਸਰੂਪ, ਤੇਰੀ ਵਡਿਆਈ, ਪਰ ਨਹੀਂ ਹੋ ਰਹੀ। ਤੂੰ ਇੰਨਾ ਬਿਆੰਤ ਹੈ, ਨਵੇਂ ਨਵੇਂ ਛੰਦ ਉਚਾਰ ਕੇ ਉਸ ਪਰਮਾਤਮਾ ਦੀ ਵਡਿਆਈ ਕਰ ਰਿਹਾ। ਮਦ ਭਾਰ, ਮਦ ਭਾਰ ਦਾ ਅਰਥ ਕੀ ਹੈ? ਦੋ ਤਿੰਨ ਅਰਥ ਕੀਤੇ ਵਿਦਵਾਨਾਂ ਨੇ। ਭਾਰ ਦਾ ਅਰਥ ਹੈ ਵਜਨ, ਤੇ ਮਦ ਦਾ ਅਰਥ ਹੁੰਦਾ ਮਿਡਲ, ਵਿਚਕਾਰਲਾ ਹਿੱਸਾ। ਤੇ ਮਦ ਮਿਡਲ ਜਿਹੜਾ ਹੈ, ਇਸ ਛੰਦ ਨੂੰ, ਇਸ ਵਿੱਚ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਤੇ ਵਜਨ ਦਿੱਤਾ ਜਾਂਦਾ ਹੈ। ਜਿਹੜਾ ਅਗਲਾ ਸ਼ਬਦ ਹੈ ਤੇ ਪਿਛਲਾ ਸ਼ਬਦ ਹੈ, ਅਗੇਤਰ ਤੇ ਪਛੇਤਰ, ਉਹਨੂੰ ਲਘੂ ਮਾਤਰਾ ਦੇ ਵਿੱਚ ਬੋਲਿਆ। ਲਘੂ ਮਤਲਬ ਛੋਟੀ, ਘੱਟ ਵਜਨ ਦੇ ਕੇ। ਤੇ ਜਿਹੜਾ ਵਿਚਕਾਰਲਾ ਸ਼ਬਦ ਹੈ, ਹਿੱਸਾ ਹੈ, ਉਹਨੂੰ ਗੁਰੂ ਮਾਤਰਾ ਵਿੱਚ, ਉਹਨੂੰ ਵੱਡੀ ਮਾਤਰਾ ਵਿੱਚ, ਉਹਨੂੰ ਵਜਨ ਦੇ ਕੇ ਬੋਲਿਆ ਜਾਂਦਾ। ਜਿਵੇਂ ਗੁਣ, ਗਨ, ਉਦਾਰ। ਗੁਣ ਹਲਕਾ ਬੋਲਿਆ, ਉਦਾਰ ਹਲਕਾ ਬੋਲਿਆ। ਗੁਣ, ਗਨ, ਉਦਾਰ। ਮਹਿਮਾ ਅਪਾਰ, ਉਪਮਾ ਆਨੰਦ, ਆਸਨ ਅਭੰਗ, ਵਿਚਕਾਰਲੇ ਸ਼ਬਦ ਤੇ ਜੋਰ। ਤੇ ਦੂਸਰਾ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਮਦ ਭਾਰ ਦਾ। ਮਦ ਦਾ ਅਰਥ ਮਧੂ, ਮਾਖਿਓ, ਮਧੂ ਮੱਖੀਆਂ। ਭਾਰ ਦਾ ਅਰਥ ਇਕੱਠ। ਇਹ ਛੰਦ ਇੰਨਾ ਮਿੱਠਾ ਹੈ ਜਿਵੇਂ ਮਧੂ ਮੱਖੀਆਂ ਨੇ ਇੱਕ ਸ਼ਹਿਦ ਦਾ ਇਕੱਠ ਇਕੱਠਾ ਕੀਤਾ, ਇੱਕ ਸ਼ਹਿਦ ਦਾ ਖਜ਼ਾਨਾ ਹੋਵੇ। ਇਹ ਛੰਦ ਮਦ ਭਾਰ ਛੰਦ, ਮਾਖਿਓ, ਮੱਖੀਆਂ ਦੇ ਸ਼ਹਿਦ ਵਰਗਾ ਮਿੱਠਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਬੁੱਧੀ ਮੰਡਲ ਤੋਂ ਨਾ ਇਹ ਛੰਦ ਨੂੰ ਪੜ੍ਹੀ, ਇੰਨੇ ਪਿਆਰ ਵਿੱਚ ਆ ਕੇ ਪੜ੍ਹੀ, ਤੈਨੂੰ ਜਿਵੇਂ ਮਧੂ ਮੱਖੀਆਂ ਦੇ ਸ਼ਹਿਦ ਵਿੱਚੋਂ ਰਸ ਆਉਂਦਾ, ਇਹ ਛੰਦ ਦਾ ਪਾਠ ਕਰਨ ਲੱਗਿਆ ਤੈਨੂੰ ਉਵੇਂ ਰਸ ਆਏ। ਮਦ ਭਾਰ ਛੰਦ, ਐਸੀ ਬਖਸ਼ਿਸ਼ ਮਹਾਰਾਜ ਸਾਹਿਬ ਨੇ ਕੀਤੀ ਹੈ। ਤੇ ਇਹਦੇ ਵਿੱਚ ਸ਼ਬਦ ਕਹੇ ਨੇ ਗੁਣ, ਗਨ, ਉਦਾਰ। ਪਰਮਾਤਮਾ ਤੁਹਾਡੇ ਗੁਣ, ਗਨ ਦਾ ਅਰਥ ਹੁੰਦਾ ਗਿਣਤੀ, ਨਹੀਂ ਕੀਤੀ ਜਾ ਸਕਦੀ, ਤੁਹਾਡੇ ਗੁਣ ਹੀ ਇੰਨੇ ਨੇ। ਮੈਂ ਮਹਾਰਾਜ ਕਹਿੰਦੇ ਅਕਾਲ ਉਸਤਤ, ਸਾਰੀ ਅਕਾਲ ਦੀ ਉਸਤਤ ਵਿੱਚੋਂ ਬਾਣੀ ਉਚਾਰੀ ਆ, ਜਿਹਦਾ ਸਿਰਲੇਖ ਹੀ ਅਕਾਲ ਉਸਤਤ ਹੈ। ਤਾਂ ਮਹਾਰਾਜ ਕਹਿੰਦੇ ਫਿਰ ਵੀ ਤੇਰੀ ਉਸਤਤ ਦਾ ਅੰਤ ਨਹੀਂ ਹੋਇਆ, ਤੇਰੇ ਗੁਣਾਂ ਦਾ ਅੰਤ ਨਹੀਂ, ਕਿਉਂਕਿ ਗੁਣ, ਗਨ, ਉਦਾਰ ਨਹੀਂ ਕੀਤੀ ਜਾ ਸਕਦੀ ਤੁਹਾਡੇ ਗੁਣਾਂ ਦੀ ਗਿਣਤੀ। ਤੁਹਾਡੇ ਗੁਣ ਬਹੁਤ ਨੇ। ਉਦਾਰ, ਆ ਉਦਾਰ ਸ਼ਬਦ ਅੱਜ, ਕੱਲ ਤੇ ਪਰਸੋਂ 3 ਵਾਰੀ ਆ ਗਿਆ। ਇਹ ਉਦਾਰ ਸ਼ਬਦ ਵਾਰ-ਵਾਰ ਆ ਰਿਹਾ। ਮਹਾਰਾਜ ਸਾਹਿਬ ਕਹਿੰਦੇ ਨੇ ਜਿਹੜਾ ਪਰਮਾਤਮਾ ਉਹ ਉਦਾਰ ਚਿੱਤ ਹੈ। ਪਿਛਲੇ ਛੰਦ ਵਿੱਚ ਵੀ ਆਇਆ ਤੇ ਉਦਾਰ ਸ਼ਬਦ ਵਾਰ, ਉਦਾਰ ਚਿੱਤ। ਉਦਾਰ ਦਾ ਮਤਲਬ ਸਾਰਿਆਂ ਦੀ ਪਾਲਣਾ ਕਰਨ ਵਾਲਾ, ਕਿਸੇ ਤੋਂ ਨਫ਼ਰਤ ਨਹੀਂ ਕਰਦਾ, ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ। ਪਾਪੀਆਂ ਨੂੰ ਵੀ ਪਾਲ ਰਿਹਾ, ਪੁੰਨੀਆਂ ਨੂੰ ਵੀ ਪਾਲ ਲਿਆ, ਚੋਰਾਂ ਨੂੰ ਵੀ ਪਾਲ ਰਿਹਾ, ਸੰਤਾਂ ਨੂੰ ਵੀ ਪਾਲ ਰਿਹਾ। ਔਰ ਇੱਕ ਗੱਲ ਹੋਰ ਕਵਾਂ, ਰੱਬ ਇੰਨਾ ਬਿਆੰਤ, ਇੰਨਾ ਨੇੜਿਓਂ ਹੋ ਕੇ ਸਾਨੂੰ ਪਾਲ ਰਿਹਾ, ਜਾਂ ਗੁਰੂ ਕਹਿ ਲਓ। ਮੈਂ ਫਿਰ ਕਵਾਂ ਗੁਰੂ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਭਾਈ। ਜੇ ਆਪਾਂ ਰੱਬ ਦੀ ਉਸਤਤ ਕਰ ਰਹੇ ਹਾਂ, ਮੂੰਹ ਤੋਂ ਸ਼ਬਦ ਗੁਰੂ ਨਿਕਲ ਗਿਆ ਤਾਂ ਕੋਈ ਇਤਰਾਜ਼ ਕਰਨ ਵਾਲੀ ਬਾਤ ਨਹੀਂ। ਜੇ ਅਸੀਂ ਗੁਰੂ ਦੀ ਵਡਿਆਈ ਕਰਦੇ ਹਾਂ, ਸ਼ਬਦ ਮੁਖ ਤੋਂ ਰੱਬ ਨਿਕਲ ਗਿਆ, ਪਰਮਾਤਮਾ ਨਿਕਲ ਗਿਆ, ਇਹ ਵੀ ਕੋਈ ਇਤਰਾਜ਼ ਕਰਨ ਵਾਲੀ ਗੱਲ ਨਹੀਂ, ਕਿਉਂਕਿ ਗੁਰੂ ਰੱਬ ਦਾ ਹੀ ਸਰਗੁਣ ਸਰੂਪ ਹੈ। ਗੁਰੂ ਤੇ ਰੱਬ ਵਿੱਚ ਅੰਤਰ ਨਹੀਂ। ਗੁਰੂ ਸਾਨੂੰ ਇੰਨਾ ਨੇੜਿਓਂ ਦੇਖਦਾ ਹੈ, ਮਾਂ ਵੀ ਉਹਨਾਂ ਨੇੜਿਓਂ ਸਾਨੂੰ ਨਹੀਂ ਦੇਖ ਸਕਦੀ। ਬਲਕਿ ਜੰਮਿਆ ਬੱਚਾ ਤਾਂ ਮਾਂ ਦੀ ਹਰ ਵੇਲੇ ਗੋਦ ਵਿੱਚ ਹੈ ਨਾ। ਉਹਨੂੰ ਕਦੋਂ ਭੁੱਖ ਲੱਗਦੀ ਹੈ, ਕਦੋਂ ਉਹਦਾ ਸਾਰਾ ਕੁਝ ਮਾਂ ਨੂੰ ਪਤਾ ਹੈ, ਬਿਨਾਂ ਬੋਲਿਆ ਸਭ ਕੁਝ ਪਤਾ ਹੈ। ਲੇਕਿਨ ਗੁਰੂ ਪਰਮਾਤਮਾ ਮਾਂ ਨਾਲੋਂ ਵੀ ਵੱਧ ਸਾਡਾ ਖਿਆਲ ਰੱਖਦੇ ਆ, ਮਾਂ ਨਾਲੋਂ ਨੇੜਿਓਂ ਸਾਨੂੰ ਵੇਖਦੇ ਆ, ਮਾਂ ਨਾਲੋਂ ਨੇੜਿਓਂ ਸਾਨੂੰ ਜਾਣਦੇ ਆ। ਇੱਕ ਮੈਨੂੰ ਨਿੱਕੀ ਜੀ ਗਾਥਾ ਯਾਦ ਆਈ। ਇਸ ਗਾਥਾ ਦੇ ਅਰਥ ਬੜੇ ਨਿਕਲਣਗੇ। ਇੱਕ ਤਾਂ ਇਹਦਾ ਵਿੱਚੋਂ ਅਰਥ ਇਹ ਨਿਕਲੇਗਾ ਗੁਰੂ ਸਾਨੂੰ ਕਿੰਨਾ ਨੇੜਿਓਂ ਵੇਖਦਾ, ਕਿੰਨਾ ਫਿਕਰ ਰੱਖਦਾ ਗੁਰੂ। ਤੇ ਦੂਜਾ ਇਹਦਾ ਇਹ ਆ ਕਿ ਗੁਰੂ ਜੋ ਹੁਕਮ ਕਰੇ ਸਾਨੂੰ ਹਰ ਹੁਕਮ ਮੰਨਣਾ ਚਾਹੀਦਾ। ਕਿਤੇ ਇਹ ਨਾ ਹੋਵੇ ਜਿਹੜਾ ਸਾਨੂੰ ਚੰਗਾ ਲੱਗਦਾ ਉਹ ਮੰਨ ਲਈਏ, ਜਿਹੜਾ ਨਹੀਂ ਚੰਗਾ ਲੱਗਦਾ ਉਹ ਛੱਡ ਦਈਏ। ਬਹੁਤੀ ਵਾਰ ਇਹੀ ਹੁੰਦਾ ਕਿ ਅਸੀਂ ਆਪਣਾ ਜਿਹੜਾ ਸਹਿੰਦਾ ਸਾਨੂੰ ਪੁੱਗਦਾ ਉਹਨਾਂ ਕੁ ਰੱਖ ਲਿਆ, ਜਿਹੜਾ ਨਹੀਂ ਪੁੱਗਦਾ ਉਹ ਸੋਚਿਆ ਵੀ ਜਿਹੜਾ ਨਾਲ ਬੈਠਾ ਇੰਨਾ ਕੇ ਕਮਾ ਲਏਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿੰਨਾ ਖਿਆਲ ਰੱਖਦੇ ਆ ਆਪਣੇ ਸਿੱਖਾਂ ਦਾ, ਆਪਣੇ ਪਿਆਰਿਆਂ ਦਾ। ਇੱਕ ਦਿਨ ਚਿੱਟੀ ਪੋਸ਼ਾਕ, ਵੈਸੇ ਚਿੱਟੇ ਲਿਬਾਸ ਮਹਾਰਾਜ ਬਹੁਤ ਘੱਟ ਪਾਉਂਦੇ ਆ, ਨੀਲਾ ਜਾਂ ਕੇਸਰੀ, ਪੀਲੇ ਰੰਗ ਦਾ ਇਹ ਵਸਤਰ ਜ਼ਿਆਦਾ ਨੇ। ਅੱਜ ਮਾਤਾ ਤੋਂ ਸਪੈਸ਼ਲ ਕਿਹਾ ਕਿ ਮੈਨੂੰ ਚਿੱਟੇ ਰੰਗ ਦੀ ਪੋਸ਼ਾਕ ਦਿਓ। ਚਿੱਟੇ ਰੰਗ ਦੀ ਪੋਸ਼ਾਕ ਪਾ ਕੇ 15 ਕੁ ਸਿੱਖ ਨਾਲ ਨੇ ਮਹਾਰਾਜ ਤੁਰੇ ਨੇ। ਇੱਕ ਬੜਾ ਗਰੀਬੜਾ ਜਿਹਾ ਸਿੱਖ ਆਪਣੇ ਘਰ ਨੂੰ ਮਿੱਟੀ ਲਿਪ ਰਿਹਾ, ਕੱਚੇ ਘਰ ਸੀ,
ਅੱਜ ਵੀ ਜਿਹੜੇ ਇਲਾਕਿਆਂ ਵਿੱਚ ਥੋੜਾ ਗਰੀਬੀ ਰੇਖਾ ਤੋਂ ਹੇਠਾਂ ਨੇ ਲੋਕ, ਕੱਚੇ ਘਰ ਨੇ, ਤੇ ਆ ਦੀਵਾਲੀ ਹੁਣ ਆਏਗੀ ਨਾ, ਸਾਰਿਆਂ ਨੇ ਸਫਾਈ ਕਰਨੀ, ਉਹਨਾਂ ਨੇ ਕੱਚੇ ਘਰਾਂ ਨੂੰ ਲਿਪਣਾ। ਉਹ ਸਿੱਖ ਲਿਪ ਰਿਹਾ ਮਹਾਰਾਜ ਦੇ ਚਿੱਟੀ ਹੁਣ ਪੋਸ਼ਾਕ 15 ਸਿੱਖ ਨਾਲ, ਹੁਣ ਉਹ ਗਾਰਾ ਗਏ, ਉਹ ਆਪਣੇ ਧਿਆਨ ਵਿੱਚ ਲੱਗਿਆ ਕਿਤੇ ਗਾਰੇ ਦੇ ਛਿੱਟੇ ਕਲਗੀਧਰ ਪਾਤਸ਼ਾਹ ਦੀ ਪੋਸ਼ਾਕ ਤੇ ਪੈ ਗਏ। ਗੁਰੂ ਖਿਆਲ ਦੇਖੋ ਹੁਣ ਕਿਵੇਂ ਰੱਖਦਾ। ਮਹਾਰਾਜ ਵੀਰ ਰਸ ਦੇ ਵਿੱਚ ਦੇਖਿਆ ਵੀ ਉਹ ਪੰਜਾਬ, ਜਿਵੇਂ ਆਪਾਂ ਸਾਡੀ ਭਾਸ਼ਾ 'ਚ ਕਹੀਏ, ਕ੍ਰੋਧ ਭਰੀਆਂ ਅੱਖਾਂ ਨਾਲ ਮਹਾਰਾਜ ਨੇ ਦੇਖਿਆ। ਸਿੱਖਾਂ ਨੇ ਵੀ ਸਮਝਿਆ, ਤੇ ਉਹ ਸਿੱਖ ਵੀ ਵਿਚਾਰਾ ਨੀਵੀਂ ਪਾ ਕੇ ਖੜ ਗਿਆ ਵੀ ਮੇਰੇ ਤੋਂ ਐਡੀ ਵੱਡੀ ਵਗਿਆ ਹੋ ਗਈ, ਐਡੀ ਗਲਤੀ, ਗੁਰੂ ਦਾ ਬੇਅਦਬ ਹੋਇਆ, ਮੈਨੂੰ ਗੁਰੂ ਦੇ ਆਉਣ ਦਾ ਖਿਆਲ ਰੱਖਣਾ ਚਾਹੀਦਾ ਸੀ। ਸੰਗਤਾਂ ਦਾ ਕੇਸਰ ਕਿਉੜੇ ਛਿੜਕਦੀਆਂ ਤੇ ਮੈਂ ਚਿੱਕੜ ਦੇ ਛਿੱਟੇ ਪਾ ਦਿੱਤੇ, ਨੀਵੀਂ ਪਾ ਲਈ। ਸਿੱਖ ਕਹਿੰਦੇ ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਇੱਕ ਥੱਪੜ ਲਾਓ। ਹੁਣ ਇੱਕ ਥੱਪੜ ਕਿਹਾ ਸੀ, 15 ਨੇ ਇੱਕ ਇੱਕ ਲਾ ਦਿੱਤਾ। ਉਹ ਵਿਚਾਰਾ ਜ਼ਮੀਨ ਤੇ ਡਿੱਗ ਪਿਆ। ਮਹਾਰਾਜ ਕਹਿੰਦੇ ਤੁਹਾਨੂੰ ਇੱਕ ਲਾਉਣ ਲਈ ਕਿਹਾ ਸੀ, ਤੁਸੀਂ 15। ਕਹਿੰਦੇ ਜੀ ਹੁਣ 15 ਤੁਹਾਡੇ ਸਿੱਖਾਂ, ਹੁਕਮ ਤਾਂ ਸਾਰਿਆਂ ਲਈ ਆ, ਤੁਸੀਂ ਇੱਕ ਨੂੰ ਥੋੜਾ ਕਿਹਾ, ਤੁਸੀਂ ਤਾਂ ਕਿਹਾ ਇੱਕ ਥੱਪੜ। ਅਸੀਂ ਸੋਚਿਆ ਵੀ ਸਾਰਿਆਂ ਨੇ ਇੱਕ ਇੱਕ ਲਾਉਣਾ। ਮਹਾਰਾਜ ਕਹਿੰਦੇ ਅੱਛਾ ਇੰਨਾ ਹੁਕਮ ਮੰਨਦੇ ਹੋ? ਕਹਿੰਦੇ ਜੀ ਤੁਹਾਡੇ ਹੁਕਮ ਵਿੱਚ ਜਿਉਂਦੇ ਆ। ਪਾਤਸ਼ਾਹ ਕਹਿੰਦੇ ਮੈਂ ਇਸ ਸਿੱਖ ਨੂੰ ਬੜਾ ਨੇੜਿਓਂ ਜਾਣਦਾ, ਇਹ ਵਿਚਾਰੇ ਦਾ ਘਰ ਨਹੀਂ ਵਸਿਆ, ਰੋਜ਼ ਕਦੋਂ ਦਾ ਨੂੰ ਮੈਂ ਵੇਖਦਾ ਤਵੇ ਤੇ ਆਪ ਹੀ ਹੱਥ ਸਾੜਦਾ, ਇਹਨੂੰ ਕੋਈ ਆਪਣੀ ਲੜਕੀ ਦੇ ਉਹਦਾ ਵਿਆਹ ਕਰਨਾ, ਇਹਦਾ ਰਿਸ਼ਤਾ ਕਰਨਾ। ਦੇਖੋ ਗੁਰੂ ਇੰਨਾ ਮਾਂ ਵੀ ਖਿਆਲ ਨਹੀਂ ਜਿੰਨਾ ਗੁਰੂ ਰੱਖਦਾ। ਹੁਣ ਉਹਨਾਂ 15 ਚੋਂ ਇੱਕੋ ਹੀ ਸਾਹਮਣੇ ਆਇਆ ਕਿ ਪਾਤਸ਼ਾਹ 14 ਨੇ ਨੀਵੀਆਂ ਪਾ ਲਈਆਂ। ਉਹ ਕਹਿੰਦੇ ਅਸੀਂ ਹੁਕਮ ਮੰਨਦੇ ਹਾਂ। ਸਤਿਗੁਰੂ ਕਹਿੰਦੇ ਹੁਕਮ ਜੇ ਮੰਨਣਾ ਤਾਂ ਫਿਰ ਪੂਰਾ ਹੀ ਮੰਨੋ, ਕਿ ਉਹਨਾਂ ਕੁ ਨਾ ਮੰਨੋ ਜਿੰਨਾ ਕੁ ਆਪ ਨੂੰ ਠੀਕ ਲੱਗਦਾ। ਗੁਰੂ ਦਾ ਹੁਕਮ ਬੜਾ ਵਿਸ਼ਾਲ ਹੈ, ਬੜਾ ਬਿਆੰਤਕ ਹੈ। ਉਸ ਗੁਰੂ ਦੇ ਹੁਕਮ ਨੂੰ ਵਿਸ਼ਾਲਤਾ ਵਿੱਚ ਹੀ ਮੰਨੋ, ਜਿੰਨੀ ਵਿਸ਼ਾਲਤਾ ਵਿੱਚ ਉਹ ਗੁਰੂ ਪਰਮਾਤਮਾ ਆਪ ਹੈ। ਫਿਰ ਉਹ ਸਿੱਖ ਦਾ ਘਰ ਵਸਿਆ, ਆਨੰਦ ਕਾਰਜ ਮਹਾਰਾਜ ਨੇ ਆਪ ਕੀਤਾ। ਕਹਿਣ ਦਾ ਮਤਲਬ ਗੁਰੂ ਦਾ ਹੁਕਮ ਵੀ ਸਾਰਾ ਮੰਨੋ, ਤੇ ਸਤਿਗੁਰੂ ਨੂੰ ਇੰਨਾ ਉਹਦੇ ਤੇ ਵਿਸ਼ਵਾਸ ਰੱਖੋ, ਇੰਨਾ ਭਰੋਸਾ ਰੱਖੋ, ਉਹਨਾਂ ਮਾਂ ਨਹੀਂ ਸਾਨੂੰ ਸਮਝ ਤੇ ਸਾਡਾ ਕੇਅਰ ਕਰ ਸਕਦੀ ਜਿੰਨਾ ਗੁਰੂ ਸਾਨੂੰ ਸਮਝਦਾ। ਇਹਦੇ ਤਨ ਨੂੰ ਕਿਹੜਾ ਰੋਗ ਹੈ, ਇਹਦੇ ਮਨ ਨੂੰ ਕਿਹੜਾ ਰੋਗ ਹੈ, ਇਹਦੀ ਆਤਮਾ ਨੂੰ ਕਿਹੜਾ ਰੋਗ ਹੈ, ਇਹ ਸਾਰਾ ਕੁਝ ਗੁਰੂ ਜਾਣਦਾ ਹੈ। ਇੱਕ ਇੱਕ ਕੀ ਪੀਰ ਪਛਾਨਾ ਹੈ, ਕੱਟ ਕੱਟ ਕੇ ਪਟ ਪਟ ਕੀ ਜਾਣਾ। ਇਹ ਗੁਰੂ ਦਾ ਸੁਭਾਅ ਹੈ। ਗੁਣ ਗਾਨ ਉਦਾਰ, ਪਰਮਾਤਮਾ ਤੇਰੇ ਗੁਣ ਬਿਆੰਤ ਨੇ, ਤੂੰ ਉਦਾਰ ਚਿੱਤ ਹੈ, ਮਹਿਮਾ ਅਪਾਰ। ਮਹਿਮਾ ਤੇ ਵਡਿਆਈ ਦੋ ਸ਼ਬਦ ਆ। ਸੰਸਾਰਕ ਤੌਰ ਤੇ ਗੱਲ ਕਰੋਗੇ ਆਪਾਂ ਕਹਿੰਦੇ ਜੀ ਫਲਾਣੇ ਦੀ ਬੜੀ ਵਡਿਆਈ ਹੈ, ਅਰਥ ਦੋਵਾਂ ਦਾ ਇੱਕੋ ਹੀ ਹੈ। ਧਰਮ ਦੀ ਭਾਸ਼ਾ ਵਿੱਚ ਇਸੇ ਸ਼ਬਦ ਦਾ ਅਰਥ ਜਿਹੜਾ ਉਹ ਮਹਿਮਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਅਸੀਂ ਇਹ ਜਿਹੜੇ ਸ਼ਬਦ ਕਹਿੰਦੇ ਆ, ਪਰਮਾਤਮਾ ਤੇਰੀ ਮਹਿਮਾ ਇੰਨੀ ਅਪਰਪਾਰ, ਤੇ ਮਹਾਰਾਜ ਨੇ ਨਾਲ ਕਹਿ ਵੀ ਦਿੱਤਾ ਮਹਿਮਾ ਅਪਾਰ, ਗੁਣਗਾਨ ਉਦਾਰ, ਮਹਿਮਾ ਅਪਾਰ, ਤੇਰੀ ਮਹਿਮਾ ਬੜੀ ਬਿਆੰਤਕ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਅੱਜ ਦੇਖੋ 86 ਜਿਹੜੇ ਛੰਦ ਉਹ ਹੋ ਚੁੱਕੇ ਆ। ਅਸੀਂ 87ਵੇਂ ਛੰਦ ਦੀ ਵਿਆਖਿਆ ਕਰ ਰਹੇ ਹਾਂ। ਜਾਪ ਸਾਹਿਬ ਤਕਰੀਬਨ ਅੱਧਾ ਹੋਣ ਵਾਲਾ ਹੈ, ਤੇ ਮੈਂ ਕੱਲ ਵੇਖ ਰਿਹਾ ਸੀ 72 73 ਘੰਟਿਆਂ ਦੀ ਕਥਾ ਹੋ ਚੁੱਕੀ ਹੈ ਜਾਪ ਸਾਹਿਬ ਦੀ। ਗੁਣ ਹਲੇ ਵੀ ਨਹੀਂ ਮੁੱਕ ਰਹੇ, ਇਹ ਸਿਫਤਾਂ ਇੰਨੀਆਂ ਬਿਆੰਤ। ਕਲਗੀਧਰ ਪਾਤਸ਼ਾਹ ਕਹਿੰਦੇ ਹਰ ਰੋਜ਼ ਹੀ ਨਵਾਂ ਗਿਆਨ, ਨਵੀਨਤਾ ਹੈ। ਗੁਰੂ ਦੇ ਸਮਝਾਉਣ ਦੇ ਤਰੀਕੇ ਵੀ ਨਿਤ ਨਵੇਂ ਆ, ਤੇ ਗੁਰੂ ਹਰ ਰੋਜ਼ ਉਸ ਰੱਬ ਦੀ ਸਿਫਤ ਵਿੱਚ ਸ਼ਬਦ ਵੀ ਨਵਾਂ ਕਹਿ ਰਿਹਾ। ਗੁਣ ਗਾਨ ਉਦਾਰ ਮਹਿਮਾ ਪਰ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਸਾਹਿਬ ਕਹਿੰਦੇ ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਉਹ ਰੱਬ ਇੰਨਾ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਸਾਰੇ ਪਾਸੇ ਆਪ ਵਰਤ ਰਿਹਾ। ਕਿਹੜੇ ਕਿਹੜੇ ਗੁਣ ਦੀ ਉਹਦੀ ਵਡਿਆਈ ਕਰੀਏ। ਮਹਿਮਾ ਪਾਰ, ਤੁਹਾਡੀ ਮਹਿਮਾ ਪਾਰ, ਪਰੇ ਤੋਂ ਪਰੇ ਹੈ ਆਸਨ ਭੰਗ। ਤੁਹਾਡਾ ਜਿਹੜਾ ਆਸਨ ਹੈ ਪ੍ਰਮਾਤਮਾ, ਉਹ ਨਾ ਸੁਣ ਵਾਲਾ ਹੈ। ਉਹਨੂੰ ਕੋਈ ਉਸ ਆਸਣ ਨੂੰ ਤੁਹਾਡੇ ਤੋਂ ਖੋ ਨਹੀਂ ਸਕਦਾ, ਤੁਹਾਨੂੰ ਕੋਈ ਆਸਣ ਤੋਂ ਲਾ ਨਹੀਂ ਸਕਦਾ। ਅਡੋਲ ਔਰ ਅਡਿੱਗ ਆਸਣ ਹੈ। ਦੁਨੀਆ ਦੇ ਰਾਜਿਆਂ ਦੇ ਆਸਣ ਬਦਲਦੇ ਰਹਿੰਦੇ ਆ, ਗੱਦੀਆਂ ਤਾਕਤਾਂ ਪਾਵਰਾਂ ਬਦਲਦੀਆਂ ਰਹਿੰਦੀਆਂ, ਪਰ ਤੂੰ ਆਪਣੇ ਆਸਣ ਤੇ ਸਤ ਚਿਤ ਆਨੰਦ ਸਰੂਪ ਹੋ ਕੇ ਆਦ ਕਾਲ ਤੋਂ ਜਦੋਂ ਦਾ ਸਮੇਂ ਦਾ ਮੁੱਢ ਵੱਜਿਆ, ਸਮੇਂ ਤੋਂ ਵੀ ਪਹਿਲਾਂ ਦਾ ਤੂੰ ਆਪਣੇ ਆਸਣ ਤੇ ਅਡੋਲ ਬੈਠ ਕੇ ਤੇ ਪ੍ਰਮਾਤਮਾ ਇਹ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ। ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਤਾਂ ਮਹਾਰਾਜ ਕਹਿੰਦੇ ਆ ਉਹ ਪਰਮਾਤਮਾ ਦਾ ਆਸਣ ਅਵਿਨਾਸੀ ਹੈ, ਭੰਨਿਆ ਨਹੀਂ ਜਾ ਸਕਦਾ। ਅਡੋਲ ਉਪਮਾ ਅਨੰਗ, ਅਨੰਗ ਦਾ ਅਰਥ ਹੈ ਅੰਗਾਂ ਤੋਂ ਰਹਿਤ। ਜਿਹੜੀ ਪਰਮਾਤਮਾ ਦੀ ਵਡਿਆਈ ਹੈ, ਤੁਹਾਡੀ ਉਪਮਾ ਹੋਰ ਕੋਈ ਨਹੀਂ ਜਿਹਦੇ ਨਾਲ ਕੋਈ ਤੁਲਨਾ ਕਰ ਸਕੀਏ। ਤੁਸੀਂ ਅਨੰਗ, ਅੰਗਾਂ ਤੋਂ ਰਹਿਤ ਹੈ। ਕਿਸੇ ਅੰਗਾਂ ਵਾਲੇ ਦੀ ਤਸ਼ਬੀਹ ਦੇ ਕੇ ਤਾਂ ਤੁਹਾਡੀ ਤੁਲਨਾ ਨਹੀਂ ਨਾ ਹੋ ਸਕਦੀ। ਜਿਹਦਾ ਆਪਣਾ ਆਕਾਰ ਨਹੀਂ, ਕਿਸੇ ਆਕਾਰ ਦੇ ਨਾਲ ਤੁਲਨਾ ਦੇ ਕੇ ਰੱਬ ਦੀ ਤਸ਼ਬੀਹ ਨਹੀਂ ਹੋ ਸਕਦੀ, ਉਹਦੀ ਤੁਲਨਾ ਨਹੀਂ ਹੋ ਸਕਦੀ।
क्योंकि परमात्मा उपमा अनंग, तेरी जेड़ी उपमा है वो अपने आप विच ही अपनी मिसाल आप है, किसे नाल तशबीह दे के परमात्मा तेरियां वड्याइयां नहीं। सरगुण भी तू आप है, निर्गुण भी तू आप है, रूप ना रेख ना रंग के चितरे गुण ते प्रापिन, आ तू आकार विच रूप रंग और रेख ये तिन्ना तो वखरा होकर तू टिकिया होया, पर उपमा तेरी बेअंत मुकम्मल उपमा बयान नहीं की जा सकती। उपमा जात ना कही मेरे प्रभु की, उपमा जात ना कही। धन गुरु अर्जन साहब 5वें भाषा कह रहा, उपमा जात ना कही मेरे प्रभु की, उपमा जात ना कही, ऐसे करके तां तज आन शरण गही। ताही तो मैं बाकियां दी आस छड़ के एक परमात्मा दी शरण विच आके बैठ गई, क्योंकि तेरी उपमा बेअंत है। तो आसन अपांग कायम दायम सदा पातशाही, उपमा अनंग वाहिगुरु तेरी उपमा सदा बनी रहेगी। बड़े किया वड्याइयां किछ कहना कहन ना जाए, सो करता कादर करीम दे जिया रिजक समाए। तो परमात्मा तेरिया वड्याइयां ने, तो हमारे कहते अनंग दे अर्थ कईयां ने सुंदर भी किते। उपमा अनंग, चलो उपमा तो ओदी सुंदरता इन्नी ज्यादा है, उपमा तो रहत असी उपमा कर ही नहीं सकते उस रब की सुंदरता की। साडे तो रब की बनाई हुई कुदरत की उपमा कई बार करनी औखी हो जाती है, ਉਹਦੇ ਲਈ शब्द मुक जाते हैं। जिन्हें इन्ना कुछ बनाया वो इन्ना सुंदर है, ਉਹਦੀ सुंदरता की उपमा भी साडे तो की नहीं जा सकती। अन भाव प्रकाश वाहिगुरु अपने आप तो ਉਹਨੂੰ ज्ञान होया। प्रकाश का अर्थ है ज्ञान, चानण का अर्थ है ज्ञान, दीवे का अर्थ है ज्ञान। रब का स्वरूप की है? जोत स्वरूप। परमात्मा प्रकाश स्वरूप है और अपने आप तो वो ज्ञान उन्होंने होया, जहां अपने आप तो प्राप्त होने वाले ज्ञान शुद्ध सिद्ध ज्ञान का प्रकाश है परमात्मा। उन्हें ज्ञान किसे तो नहीं लिया, उन्हें चानन किसे तो नहीं लिया, उन्हें प्रकाश किसे तो नहीं लिया। कोई ये नहीं कह सकता रब का दीवा बुझिया पिया सी असीं जगाया है, साडे बुझे दीवे रब जगा रहा है। ਉਹਦੇ ਕੋਲੇ ਜਿਹੜਾ ਗਿਆਨ ਉਹ ਆਪਣੇ ਆਪ ਤੋਂ ਹੈ। ਵਾਹਿਗੁਰੂ ਜੀ ਤੁਸੀਂ ਦੇਖਣ ਦਾ ਵਿਸ਼ਾ ਨਹੀਂ ਹੋ, ਦਿਖਾਉਣ ਦਾ ਵਿਸ਼ਾ ਨਹੀਂ ਹੋ, ਤੁਸੀਂ ਪ੍ਰਗਟ ਕਰਨ ਦਾ ਵਿਸ਼ਾ ਨਹੀਂ, ਤੁਸੀਂ ਅਨੁਭਵ ਇੱਕ ਤਜਰਬਾ ਹੋ, ਇੱਕ ਮਹਿਸੂਸ ਕਰਨ ਦਾ ਵਿਸ਼ਾ ਹੋ। ਤੁਹਾਨੂੰ ਅਨੁਭਵ ਕੀਤਾ ਜਾ ਸਕਦਾ ਹੈ। ਤੁਹਾਨੂੰ ਜੇ ਕੋਈ ਗੱਲ ਕਵੇ ਰੱਬ ਦਿਖਾਓ ਕਿੱਥੇ ਰਹਿੰਦਾ, ਕਿਹੋ ਜਿਹਾ ਉਹਦਾ ਰੂਪ ਰੰਗ, ਕਿਹੋ ਨਹੀਂ ਦਿਖਾਇਆ ਜਾ ਸਕਦਾ, ਇੱਕ ਅਨੁਭਵ ਕੀਤਾ ਜਾ ਸਕਦਾ। जिन्हों जीवा नाल बयान करना औखा, जेवा एक कवन गुण कही है बेशुमार बेअंत स्वामी, तेरो अंत ना किन्ही लईए। बिना अखां नाल देखिया नहीं जा, महाराज साहब कहते हैं बिना अखां नाल देखिया नहीं जा सकता। वो अख होर है, नानक से अखड़ियां बयान, जिन्नी डिसंदो महाप्रियो अख होर है, जेड़ी अख नाल परमात्मा नजर आउंदा है। जिन्हों मारे ने कहा अखी वाजों वेखना बिन कन्ना सुनना, पैरां वाजों चलना बिन हत्थां करना, जीभे वाजों बोलना। ये सारी एक अवस्था है ਜਦੋਂ ਅਸੀਂ ਜੀਵ भी ना कुछ करे, ਅੱਖਾਂ ना कुछ करन, ਕੰਨ ना हरकत करन, पर फिर भी सुनाई दे रहा हो, फिर भी नजर आ रहा हो। वो परमात्मा का स्वरूप कैसा होएगा? रूप ना रेख ना रंग के अनभव प्रकाश, वो आ स्वरूप है। और निस दिन अनास, निस का अर्थ हुंदा रात, दिन का अर्थ असीं समझते हैं अनास। नास का मतलब नाशवंत, अगे आड़ा लग गया अनास। इत्थे बड़ी तुसीं कुदरत विच वेखो, कई फुल इहो जे ने वो दिने उगते ने, शाम नूं खत्म हो जाते। कई शाम नूं महक, जिवें चमेली है, शाम नूं महक बखेरदी है, दिने नहीं। कई जीव जंतु इहो जे ने जिन्हां नूं दिने नजर आउंदा, रात नूं नहीं। कई रात नूं देख सकते, दिने नहीं देख सकते। कई सूरज सवेरे चढ़दा शाम नूं नहीं हुंदा, रात नूं चंद्रमा चढ़दा दिन नूं नहीं हुंदा। कोई दिन करके जीवित है, कोई रात करके जीवित है। कोई दिने उगदा रात नूं खत्म, कोई रात नूं उगदा दिन चढ़दे नूं खत्म। पर परमात्मा तेरा स्वरूप इहो जिहा ना दिने खत्म होवे ते ना रात नूं खत्म होवे। निस दिन अनास, तू दिन रात, तू अठे पहर, तू हर पल, जेड़ा तेरा स्वरूप है कायम दायम सदा पातशाही, तू सदा ही कायम है। तो हमारे कहते ने इत्थे सूरजमुखी है, सूरज चढ़दा तां वो खिड़दी है, सूरज ना होवे बदल होण जां रात पै जाए वो मुरझा जाती है। इत्थे परमात्मा ने इदां दा विधि विधान बनाया, पर परमात्मा दिने भी उसे रूप रंग आकार विच, रूप रंग और रेख तो रहत है, और रात नूं भी उहदा स्वरूप उवें दा ही है। दिने कोई वो खिड़दा नहीं जां रात नूं मुरझाउंदा नहीं, वो अठे पहर सत चित आनंद स्वरूप विच रहिंदा। अनास वो ना नाश होने वाला है परमात्मा भाई। आजान बाहो, आजान का अर्थ हुंदा पैदा करने के वसीले, बाहो का अर्थ है वाह रखने वाला, जगत रचना के वसीले
ਜਿਸ ਦੇ ਆਪਣੇ ਹੱਥ ਵਿੱਚ ਹੀ ਨੇ ਸੰਸਾਰ ਨੂੰ ਪੈਦਾ ਕਰਨਾ, ਚਲਾਉਣਾ, ਖਤਮ ਕਰਨਾ। ਇਹ ਤਾਕਤ ਉਹਨੇ ਕਿਸੇ ਨੂੰ ਨਹੀਂ ਦਿੱਤੀਆਂ। ਇਹ ਤਾਕਤ ਉਹਦੇ ਆਪਣੇ, ਤਾਂ ਹੀ ਤਾਂ ਅਸੀਂ ਰੋਜ਼ ਉਹਦੀਆਂ ਸ਼ਕਤੀਆਂ ਦਾ ਜ਼ਿਕਰ ਕਰਦੇ ਆ ਕਿ ਰੱਬ ਦੀਆਂ 3 ਸ਼ਕਤੀਆਂ ਤੋਂ ਤਾਂ ਕੋਈ ਇਹਨੂੰ ਤਾਂ ਚੈਲੰਜ ਕਰ ਨਹੀਂ ਨਾ ਸਕਦਾ। ਜਨਮ ਉਹ ਆਪ ਦਿੰਦਾ ਹੈ, ਆਪਣੇ ਹਿਸਾਬ ਨਾਲ ਦਿੰਦਾ ਹੈ, ਕਿੱਥੇ ਦੇਣਾ, ਕਦੋਂ ਦੇਣਾ ਉਹਨੂੰ ਪਤਾ ਹੈ। ਤੇ ਰਿਜ਼ਕ ਉਹ ਆਪ ਦਿੰਦਾ ਹੈ, ਕਿਸੇ ਨੂੰ ਪੁੱਛਦਾ ਨਹੀਂ ਕਿ ਵੀ ਭਾਈ ਇਹਨੇ ਪਾਪ ਕੀਤਾ, ਇਹਨੇ ਕਤਲ ਕੀਤਾ, ਇਹਨੂੰ ਰਿਜ਼ਕ ਦੇਵਾਂ ਕਿ ਨਾ ਦੇਵਾਂ, ਹੋ ਸਕਦਾ ਉਹਨੂੰ ਵਧੀਆ ਹੀ ਮਿਲੇ। ਤੇ ਉਹ ਮੌਤ ਵੀ ਆਪ ਦਿੰਦਾ, ਲਿਜਾਣ ਲੱਗਿਆਂ ਵੀ। ਉਹ ਮਹਾਰਾਜ ਸਾਹਿਬ ਕਹਿੰਦੇ ਬਿਨ ਪੁੱਛਿਆ ਹੀ ਲੈ ਜਾਏ, ਬਿਨਾਂ ਪੁੱਛਿਆ ਤੋਂ ਹੀ ਲੈ ਜਾਂਦਾ, ਕਿਸੇ ਨੂੰ ਪੁੱਛਦਾ ਨਹੀਂ। ਨਾ ਤੁਹਾਨੂੰ ਪੁੱਛੀ ਨਾ ਮਤਾ ਪਕਾਇਆ। ਇਹ ਜੀਵ ਆਤਮਾ ਜਿਹੜੀ ਸਰੀਰ ਵਿੱਚ ਰਹਿੰਦੀ ਆ, ਇਹ ਸਰੀਰ ਨੂੰ ਵੀ ਪੁੱਛ ਕੇ ਨਹੀਂ ਜਾਂਦੀ ਕਿ ਇੰਨੇ ਸਾਲਾਂ ਤੋਂ ਮੈਨੂੰ ਨਾਲ ਰੱਖਿਆ, ਅੱਜ ਮੈਂ ਛੱਡ ਕੇ ਜਾਣਾ, ਜਾਵਾਂ ਕਿ ਨਾ ਜਾਵਾਂ। ਜਦ ਕਿ ਕਾਇਆ ਨੇ ਕਿਹਾ ਸੀ ਆਤਮਾ ਨੂੰ ਕਿ ਮੈਨੂੰ ਛੱਡ ਕੇ ਨਾ ਜਾਈ। ਉਹ ਕਹਿਣ ਲੱਗੀ ਮਜਬੂਰ ਹਾਂ। ਤੂੰ ਕਹਿੰਦਾ ਛੱਡ ਕੇ ਨਾ ਜਾਈ, ਬਲਕਿ ਮੈਂ ਜਿੱਦੇ ਤੈਨੂੰ ਛੱਡ ਕੇ ਜਾਣਾ ਤੈਨੂੰ ਪੁੱਛਣਾ ਵੀ ਨਹੀਂ, ਤੈਨੂੰ ਦੱਸਣਾ ਵੀ ਨਹੀਂ, ਤੇਰੀ ਮੈਂ ਰਹਿ ਵੀ ਨਹੀਂ ਲੈਣੀ। ਤੂੰ ਤਾਂ ਬੜੇ ਚਾਅ ਨਾਲ ਸੌਣਾ ਰਾਤ ਨੂੰ, ਸਾਰੇ ਸਵੇਰ ਦੇ ਪ੍ਰੋਗਰਾਮ ਬਣਾ ਕੇ ਸੌਣਾ ਵੀ ਸਵੇਰੇ ਆਹ ਕਰਨਾ ਤੇ ਉਹ ਕਰਨਾ, ਪਰ ਮੈਂ ਤੈਨੂੰ ਨਹੀਂ ਦੱਸਣਾ ਕਿ ਸਵੇਰੇ ਤੋਂ ਉੱਠਣਾ ਹੀ ਨਹੀਂ। ਮੈਂ ਬਿਨਾਂ ਪੁੱਛੇ ਤੈਨੂੰ ਚਲੇ ਜਾਣਾ ਛੱਡ ਕੇ। ਤੋਂ ਮਾਰੇ ਕਹਿੰਦੇ ਰਾਜ ਆਨ ਰਾਜ, ਪਰਮਾਤਮਾ ਰਾਜਿਆਂ ਦਾ ਰਾਜਾ ਹੈ। ਭਾਨ ਆਨ ਭਾਨ, ਭਾਨ ਸੂਰਜ ਨੂੰ ਕਹਿੰਦੇ ਆ। ਸੂਰਜ ਉਹਨੇ ਬਣਾਇਆ, ਉਹ ਸੂਰਜਾਂ ਦਾ ਸੂਰਜ। ਸੂਰਜ ਇੱਕ ਪ੍ਰਕਾਸ਼ ਦਾ ਪ੍ਰਤੀਕ, ਉਹਦੇ ਕੋਲੇ ਜਿਹੜਾ ਤੇਜ ਪ੍ਰਕਾਸ਼ ਹੈ ਉਹ ਵੀ ਰੱਬ ਨੇ ਦਿੱਤਾ ਹੈ। ਤੋਂ ਮਹਾਰਾਜ ਸਾਹਿਬ ਕਹੇ ਰਾਜ ਆਨ ਰਾਜ, ਭਾਨ ਆਨ ਭਾਨ, ਦੇਵ ਆਨ ਦੇਵ। ਉਹ ਦੇਵਤਿਆਂ ਵਿੱਚੋਂ ਮਹਾਨ ਵੱਡਾ ਦੇਵਤਾ ਹੈ, ਬਲਕਿ ਸਾਰੇ ਦੇਵਤੇ ਵੀ ਉਹਦੀ ਪੂਜਾ ਕਰਦੇ ਆ। ਦੇਵ ਆਨ ਦੇਵ, ਉਪਮਾ ਮਹਾਨ। ਤੇਰੀ ਉਪਮਾ ਇੰਨੀ ਮਹਾਨ ਹੈ, ਸਾਡੇ ਕੋਲੇ ਸ਼ਬਦ ਨਹੀਂ ਜਿਹਦੇ ਨਾਲ ਅਸੀਂ ਬਿਆਨ ਕਰ ਸਕੀਏ। ਸਾਡੇ ਕੋਲੇ ਉਹ ਕਾਗਜ਼ ਕਲਮ ਦਵਾਤ ਨਹੀਂ ਜਿਹਦੇ ਨਾਲ ਤੇਰਾ ਜਸ ਲਿਖ ਸਕੀਏ। ਸਾਡੇ ਕੋਲੇ ਪ੍ਰਮਾਤਮਾ ਤੱਕੜੀ ਤਰਾਜੂ ਪਮਾਨਾ ਕੁਛ ਵੀ ਨਹੀਂ ਜਿਹਦੇ ਨਾਲ ਤੈਨੂੰ ਨਾਪ ਸਕੀਏ, ਤੈਨੂੰ ਤੋਲ ਸਕੀਏ, ਅਸੀਂ ਤੇਰਾ ਹੱਦ ਬੰਦਾ ਲੱਭ ਸਕੀਏ। ਬਸ ਅਸੀਂ ਤੇਰੇ ਗੁਣ ਗਾ ਰਹੇ ਹਾਂ, ਕਿਰਪਾ ਕਰੀ, ਬਖਸ਼ਿਸ਼ ਕਰੀਆਂ। ਜਿੰਨੇ ਵੀ ਤੇਰੇ ਗੁਣ ਗਾਉਣ ਵਾਲੇ ਬੈਠੇ ਆ, ਇਹਨਾਂ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈ। ਇਹ ਅਰਦਾਸ ਹੈ, ਇਹ ਸਾਰੇ ਤੇਰੇ ਨਾਲ ਜੁੜ ਜਾਣ, ਸਾਰੇ ਤੇਰਾ ਰੂਪ ਹੋ ਜਾਣ, ਵੱਡੇ ਕੀਆਂ ਵਡਿਆਈਆਂ ਕਰਦੇ ਸਾਰੇ ਹੀ ਵੱਡੇ ਹੋ ਜਾਣ। ਇਹ ਅਰਦਾਸ ਕਰਿਓ, ਇਹ ਇੱਕ ਦੂਜੇ ਨੂੰ ਅਸੀਸ ਦਿਓ, ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਧੰਨ ਸ਼੍ਰੀ ਗੁਰੂ, ਇਹ ਹੋਣਾ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਹੀਂ। ਗੁਰਪ੍ਰਸਾਦ ਵਰਤੇਗੀ ਤਾਂ ਪ੍ਰਮਾਤਮਾ ਨਾਲ ਮਿਲਾਪ ਹੈ। ਗੁਰਪ੍ਰਸਾਦ ਗੁਰੂ ਗ੍ਰੰਥ ਸਾਹਿਬ ਨੇ ਵਿਚੋਲਾ ਬਣਨਾ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ। ਇਹ ਗੁਰੂ ਇਹੋ ਜਿਹਾ ਵਕੀਲ, ਇਹੋ ਜਿਹਾ ਵਿਚੋਲਾ ਹੈ ਜਿਹੜਾ ਜਨਮਾਂ ਜਨਮਾਂ ਦੇ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦਾ। ਇਸ ਲਈ ਅਰਦਾਸ, ਮਿਲਣ ਲਈ ਅਰਦਾਸ ਕੀ ਕਰਨੀ ਆ ਕਿ ਪ੍ਰਮਾਤਮਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। 4 ਕੁੰਟ ਦਹਿ ਦਿਸ ਭ੍ਰਮੇ ਥੱਕ ਆਏ, ਪ੍ਰਭ ਕੀ ਸ਼ਾਮ ਕਿਰਪਾ ਕਰ। ਅਸੀਂ ਥੱਕ ਕੇ 4 ਕੁੰਟ ਦਸ਼ਾਂ ਦਿਸ਼ਾਵਾਂ ਚ ਭਰਮ ਕੇ ਆਇਆ, ਸਾਡੇ ਔਗਣ ਬਖਸ਼ ਲੈ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ। ਆਸ ਲੱਗ ਜੀਵੋ ਚਿਰ ਪਇਓ, ਦਰਸ਼ਨ ਦੇਖੇ ਚਿਰ ਹੋ ਗਿਆ। ਹੁਣ ਪ੍ਰਮਾਤਮਾ ਤੇਰੇ ਤੋਂ ਬਿਨਾਂ ਰਿਹਾ ਨਹੀਂ ਜਾਣਾ। ਕਿਰਪਾ ਕਰ ਜਿੰਨਾ ਸਮਾਂ ਬਚਿਆ ਅਸੀਂ 8 ਪੈਰ ਤੇਰੇ ਗੁਣ ਗਾਉਂਦੇ ਰਹੀਏ, ਜਿਹਦੇ ਨਾਲ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਅਸੀਂ ਭਾਗੀ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ, तमाम ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸਿਓ ਮੇਲ ਅੱਜ ਸ਼ਾਮ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਕਥਾ 6 ਦਿਨ ਦਾ ਮਹਾਨ ਗੁਰਮਤਿ ਸਮਾਗਮ ਬੇਹੱਦ ਸਤਿਕਾਰਯੋਗ ਸੂਝਵਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵੱਲੋਂ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਤੋਂ ਸ਼ਾਮ ਨੂੰ ਜੋ ਇੱਕ ਸ਼ਾਮ ਕਥਾ ਦਾ ਮੇਰੇ ਖਿਆਲ 4:15 ਵਜੇ ਦਾ ਟਾਈਮ ਹੈ, ਸਾਰੀ ਸੰਗਤ ਨੇ ਸਮੇਂ ਨਾਲ ਪਹੁੰਚ ਕੇ 30 ਤਰੀਕ ਤੱਕ ਆਪਾਂ ਰਲ ਮਿਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਣ ਗਾਉਣੇ ਨੇ। ਉਸ ਵੱਡੇ ਦਾਤੇ ਦੀਆਂ ਵਡਿਆਈਆਂ ਕਰਕੇ ਆਪਣੇ ਜੀਵਨ ਨੂੰ ਵਡਭਾਗਾ ਬਣਾਉਣਾ ਹੈ ਤੇ ਸ਼ਾਮ ਨੂੰ ਵੀ ਆਪਾਂ ਰਲ ਮਿਲ ਗੁਰੂ ਗੋਦੀ ਦਾ ਆਨੰਦ ਮਾਣਾਂਗੇ। ਤਦ ਤੱਕ ਲਈ ਸਾਰੀ ਸੰਗਤ ਭੁੱਲਾਂ ਤੇ ਪਰਦਾ ਪਾਓ, ਆਨੰਦ ਸਾਹਿਬ ਦੀ ਬਾਣੀ 'ਚ ਹਾਜ਼ਰੀ ਲਵਾਓ, ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਕੋਈ ਰਸਨਾ ਵਾਂਝੀ ਨਾ ਰਵੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ